ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਦਲ ਪੰਜਨ ਗੁਰਸੂਰਮਾ ਬੜ ਜੋਧਾ ਬੋ ਪਰਉਪਕਾਰੀ ਅੱਜ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਪਾਵਨ ਗੁਰਤਾ ਗੱਦੀ ਦਿਵਸ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸ੍ਰੀ ਅਕਾਲ ਤਖਤ ਸਾਹਿਬ ਕੌਮ ਦੀ ਝੋਲੀ ਵਿੱਚ ਪਾਇਆ। ਉਹਨਾਂ ਨੂੰ ਪਤਾ ਸੀ ਜਦੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਵੱਲ ਤੁਰੇ ਹਨ ਹਕੂਮਤ ਦੇ ਸੱਦੇ ਤੇ, ਤਾਂ ਉਹਨਾਂ ਨੇ ਲਿਖਿਆ ਪ੍ਰਥਮੇ ਮਤਾ ਕਿ ਪਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕੁਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਹਜ਼ੂਰ ਨੂੰ ਪਤਾ ਸੀ ਆਉਣ ਵਾਲੇ ਸਮੇਂ ਵਿੱਚ ਕਿਹੜਾ ਭਾਣਾ ਵਰਤਣਾ ਹੈ। ਸਿੱਖਾਂ ਨੇ ਪੁੱਛਿਆ ਸੀ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਇਸ ਤੋਂ ਬਾਅਦ ਕੀ ਹੋਏਗਾ। ਉਹਨਾਂ ਨੇ ਹੁਕਮ ਕੀਤਾ, ਬਚਨ ਦਿੱਤੇ, ਬਚਨ ਕੀਤਾ ਕਿ ਅਸਾਂ 6ਵੇਂ ਜਾਮੇ ਵਿੱਚ ਮੀਰ ਦੀ ਮੀਰੀ ਤੇ ਪੀਰ ਦੀ ਪੀਰੀ ਖਿੱਚ ਲੈਣੀ ਹੈ। ਸੋ ਇਹ ਗੁਰਤਾ ਗੱਦੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅੱਜ ਪਾਵਨ ਗੁਰਤਾ ਗੱਦੀ ਦਿਵਸ ਹੈ, ਜਿਨ੍ਹਾਂ ਨੇ ਮੀਰੀ ਔਰ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਸੇਲੀ ਅਤੇ ਟੋਪੀ, ਇਸ ਦੀ ਬਜਾਏ ਇਹ 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਪੱਗ ਤੇਰੀ ਕੇ ਜਹਾਂਗੀਰ ਦੀ। ਆਮ ਤੌਰ ਦੇ ਉੱਤੇ ਭੁਲੇਖਾ ਖਾ ਕੇ ਇੱਕੋ ਲਫ਼ਜ਼ ਵਰਤਿਆ ਜਾਂਦਾ ਸੇਲੀ ਟੋਪੀ। ਦਰਅਸਲ ਸੇਲੀ ਉੱਨ ਦੀ ਮਾਲਾ ਨੂੰ ਕਹਿੰਦੇ ਹਨ ਤੇ ਟੋਪੀ ਖਫਣੀ ਹੁੰਦੀ ਸੀ ਜਿਹੜੇ ਫਕੀਰ ਜਾਂ ਧਾਰਮਿਕ ਵਿਅਕਤੀ ਸਿਰ ਦੇ ਉੱਤੇ ਕੱਪੜਾ ਰੱਖਦੇ ਸਨ। ਉਹ ਕਫਨ ਦੀ ਨਿਸ਼ਾਨੀ ਹੁੰਦੀ ਸੀ ਤਾਂ ਕਿ ਆਪਣਾ ਆਖਰਤ ਯਾਦ ਰਹੇ। ਉਸ ਦੀ ਬਜਾਏ ਸਤਿਗੁਰ ਸੱਚੇ ਪਾਤਸ਼ਾਹ ਨੇ ਮੀਰੀ ਔਰ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਆਉਣ ਵਾਲੇ ਸਮੇਂ ਲਈ ਖਾਲਸੇ ਦੀ ਸਿਰਜਣਾ ਦਾ ਆਦੇਸ਼ ਦਿੱਤਾ। ਔਰ ਸਭ ਤੋਂ ਪਹਿਲਾਂ ਖਾਲਸਾ ਲਫ਼ਜ਼ ਵੀ ਆਪਣੇ ਹੁਕਮਨਾਮਿਆਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਵਰਤਿਆ। ਸੋ ਅੱਜ ਇਸ ਪਾਵਨ ਪੁਰਬ ਦੀ ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਜਿਹੜਾ ਪ੍ਰੋਗਰਾਮ ਅਸੀਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਕੋਈ ਲੰਬੀ ਭੂਮਿਕਾ ਨਹੀਂ ਹੈ, ਪਰ ਕਈ ਦਫਾ ਕਈ ਖਬਰਾਂ, ਕਈ ਘਟਨਾਵਾਂ ਐਸੀਆਂ ਹੁੰਦੀਆਂ ਹਨ ਕਿ ਯਕੀਨ ਵੀ ਨਹੀਂ ਆਉਂਦਾ ਔਰ ਬਦੋ-ਬਦੀ ਇਹ ਮਨ ਦੇ ਵਿੱਚ ਵਿਚਾਰ ਉੱਠਦਾ ਹੈ ਕਿ ਕੀ ਇਸ ਤਰ੍ਹਾਂ ਹੋ ਸਕਦਾ ਹੈ, ਕੀ ਇਹ ਕੀਤਾ ਜਾ ਸਕਦਾ ਹੈ। ਦਿੱਲੀ ਦੇ ਵਿੱਚ, ਦਿੱਲੀ ਅਤੇ ਹੋਰ ਸ਼ਹਿਰਾਂ ਦੇ ਵਿੱਚ ਕਤਲੇਆਮ ਹੋਇਆ, ਜਿਸ ਦੀ ਮਿਸਾਲ ਦੁਨੀਆ ਭਰ ਵਿੱਚ ਨਹੀਂ ਹੈ। ਸਰਕਾਰੀ ਸ਼ਹਿ ਦੇ ਉੱਤੇ ਵੱਖ-ਵੱਖ ਨਗਰਾਂ ਵਿੱਚ, ਵੱਖ-ਵੱਖ ਸ਼ਹਿਰਾਂ ਵਿੱਚ, ਵੱਖ-ਵੱਖ ਥਾਵਾਂ ਕਸਬਿਆਂ ਦੇ ਵਿੱਚ, ਪਰ ਖਾਸ ਕਰਕੇ ਦਿੱਲੀ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਜੋ ਕਤਲੇਆਮ ਹੋਇਆ ਔਰ ਹਾਲੇ ਤੱਕ ਇਨਸਾਫ ਲਈ ਉਡੀਕਦੀਆਂ ਅੱਖਾਂ ਨਮ ਹੋ ਗਈਆਂ, ਪਰ ਇਨਸਾਫ ਕਿਧਰੇ ਨੇੜੇ ਨਜ਼ਰ ਨਹੀਂ ਆ ਰਿਹਾ, ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ। ਅੱਜ ਸਵੇਰੇ ਇੱਕ ਮਿੱਤਰ ਦੱਸ ਰਿਹਾ ਸੀ ਕਿ ਇੱਥੇ ਦੇਖਿਆ ਇੱਕ ਵਿਅਕਤੀ ਡਰਿਲ ਮਸ਼ੀਨ ਲੈ ਕੇ ਇੱਕ ਦਰਖਤ ਦੇ ਉੱਤੇ ਇੱਕ ਰੀਤ ਫੁੱਲਾਂ ਦਾ, ਜਿਹੜਾ ਸ਼ਰਧਾ ਦੇ ਤੌਰ ਦੇ ਉੱਤੇ ਮ੍ਰਿਤਕ ਦੇ ਉੱਤੇ ਪਾਇਆ ਜਾਂਦਾ ਹੈ, ਉਹ ਲੈ ਕੇ ਡਰਿਲ ਮਸ਼ੀਨ ਨਾਲ ਕਿਸੇ ਦਰਖਤ ਦੇ ਨਾਲ ਉਸ ਨੂੰ ਡਰਿਲ ਕਰ ਰਿਹਾ ਸੀ। ਕਿਸੇ ਦੀ ਕੋਈ ਦੁਰਘਟਨਾ 'ਚ ਉੱਥੇ ਜਾਨ ਗਈ ਹੋਏਗੀ। ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਨੇ ਨਿਰਣਾ ਕੀਤਾ ਕਿ ਜੋ ਨਿਰਦੋਸ਼, ਜਿਨ੍ਹਾਂ ਦਾ ਕੋਈ ਕਸੂਰ ਨਹੀਂ,
ਹਾਂ, ਬੜਾ ਵੱਡਾ ਕਸੂਰ ਸੀ, ਬਹੁਤ ਵੱਡਾ ਕਸੂਰ ਸੀ ਕਿ ਉਹਨਾਂ ਦੇ ਸਿਰ ਤੇ ਕੇਸ ਕਿਉਂ ਹੈ, ਉਹਨਾਂ ਦੇ ਸਿਰਾਂ ਤੇ ਦਸਤਾਰਾਂ ਕਿਉਂ ਹੈ, ਉਹਨਾਂ ਦੇ ਨਾਮ ਨਾਲ ਸਿੰਘ ਕਿਉਂ ਹੈ, ਉਹਨਾਂ ਦੇ ਨਾਮ ਨਾਲ ਕੌਰ ਕਿਉਂ ਹੈ। ਇਹ ਉਹਨਾਂ ਦਾ ਕਸੂਰ ਸੀ। ਇਸ ਤੋਂ ਪਹਿਲਾਂ ਵੀ ਮੁਗਲ ਹਕੂਮਤ ਵੇਲੇ ਤਾਂ ਇਸ ਤਰ੍ਹਾਂ ਦੇ ਹੁਕਮ ਜਾਰੀ ਹੋਏ ਸਨ ਕਿ ਨਾਨਕ ਪਰਸਤਾਰਾ ਹਰ ਕੁਜਾ ਕੇ ਬਿਆ ਬੰਦ ਬਾ ਕਤਲ ਰਸਾਨੰਦ, ਜਿੱਥੇ ਵੀ ਨਾਨਕ ਪਰਸਤ ਨਜ਼ਰ ਆ ਜਾਏ ਉਸ ਨੂੰ ਕਤਲ ਕਰ ਦਿੱਤਾ ਜਾਏ। ਇਹ ਹੁਕਮ ਮੁਗਲਾਂ ਦੇ ਵੇਲੇ ਜਾਰੀ ਹੋਏ ਸੀ। ਪਰ ਉਹ ਦੇਸ਼ ਜਿਸ ਦੇ ਲਈ ਸਭ ਕੁਝ ਵਾਰਿਆ ਗਿਆ ਔਰ ਉਸ ਦਾ ਅਫਜ਼ਾਨਾ ਇਸ ਤਰੀਕੇ ਦੇ ਨਾਲ ਹੋਏਗਾ, ਕਿਸੇ ਨੇ ਸੋਚਿਆ ਨਹੀਂ ਸੀ। ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣਾ ਫਰਜ਼ ਪੂਰਾ ਕੀਤਾ ਕਿ ਇੱਕ ਯਾਦਗਾਰ, ਸਿਰਫ ਇੱਕ ਥੜਾ ਔਰ ਉਹਦੇ ਉੱਤੇ ਕੋਈ ਡਿਜ਼ਾਈਨ ਬਣਾ ਕੇ, ਨਾ ਕਿ ਕੋਈ ਗੁਰਦੁਆਰਾ ਜਾਂ ਇਮਾਰਤ, ਇੱਕ ਚਬੂਤਰਾ ਜਿਹਾ ਬਣਾ ਕੇ ਕੱਲ ਸਿੰਘ ਸਾਹਿਬਾਨ ਕੋਲੋਂ ਉਸ ਦਾ ਨੀਂਹ ਪੱਥਰ ਜਾਂ ਉਦਘਾਟਨ ਕਰਾਇਆ ਜਾਏਗਾ। ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਉਹਨਾਂ ਦੇ ਸਾਥੀ ਹਰਿੰਦਰ ਸਿੰਘ ਸਰਨਾ, ਉਹਨਾਂ ਦੇ ਭਰਾਤਾ, ਔਰ ਉਹਨਾਂ ਦੇ ਹੋਰ ਸਾਥੀ ਮਨਜੀਤ ਸਿੰਘ ਸਰਨਾ, ਸਰ ਪਰਮਜੀਤ ਸਿੰਘ ਸਰਨਾ ਦਿੱਲੀ ਹਾਈ ਕੋਰਟ ਕੋਲ ਇਹ ਮਾਮਲਾ ਲੈ ਕੇ ਗਏ ਕਿ ਕਮੇਟੀ ਨੂੰ ਰੋਕਿਆ ਜਾਏ, ਕਿਉਂਕਿ ਜਿਹੜਾ ਉਹ ਕੰਮ ਕਰ ਰਹੇ ਹਨ ਉਹ ਸਿੱਖ ਸਿਧਾਂਤਾਂ ਦੇ ਉਲਟ ਹੈ, ਸਿੱਖ ਪ੍ਰਿੰਸੀਪਲਸ ਦੇ ਉਲਟ ਹੈ। ਇਹਨਾਂ ਨੂੰ ਰੋਕਿਆ ਜਾਏ, ਕਿਉਂਕਿ ਮੈਂ ਸਰਕਾਰ ਨੂੰ ਇੱਕ ਲਿਖ ਕੇ ਦਿੱਤਾ ਸੀ ਕਿ ਮੈਂ ਅੰਦਰ ਕੋਈ ਐਸਾ ਕੰਸਟਰਕਸ਼ਨ ਨਹੀਂ ਕਰਾਂਗਾ ਬਗੈਰ ਤੁਹਾਡੀ ਇਜਾਜ਼ਤ ਦੇ। ਇਹਨਾਂ ਦੇ ਉੱਤੇ ਅਦਾਲਤ ਦੀ ਅਵਮਾਨਨਾ, ਅਦਾਲਤ ਦੀ ਮਾਨਹਾਨੀ, ਕੰਟੈਂਪਟ ਆਫ ਕੋਰਟ ਦਾ ਮੁਕੱਦਮਾ ਚਲਾਇਆ ਜਾਏ। ਇਹ ਜੋ ਉਹਨਾਂ ਨੇ ਲਿਖ ਕੇ ਹਾਈ ਕੋਰਟ ਦੇ ਵਿੱਚ ਦਿੱਤਾ, ਸਮਝ ਨਹੀਂ ਆਉਂਦੀ ਕਿ ਕਦੇ ਕੋਈ ਸਿੱਖ ਇਸ ਤਰ੍ਹਾਂ ਦੀ ਹੋ ਸਕਦਾ ਹੈ। ਔਰ ਫਿਰ ਨਾਲ ਇਹ ਵੀ ਕਿਹਾ ਕਿ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਮਰੇ ਹੈ ਉਹਨਾਂ ਨੂੰ ਸ਼ਹੀਦ ਵੀ ਨਹੀਂ ਕਿਹਾ ਜਾ ਸਕਦਾ। ਸੋ ਇਹ ਪਤਾ ਨਹੀਂ, ਮੇਰੇ ਕੋਲ ਅਲਫਾਜ਼ ਨਹੀਂ ਹੈ ਕਿ ਇਹਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾਏ, ਕਿਸ ਤਰ੍ਹਾਂ ਇਸ ਨੂੰ ਲਫ਼ਜ਼ਾਂ ਦੇ ਵਿੱਚ ਪਰੋਇਆ ਜਾਏ ਕਿ ਇਸ ਦੇ ਉੱਤੇ ਅਫਸੋਸ ਕੀਤਾ ਜਾਏ, ਕਿ ਗਮ ਔਰ ਗੁੱਸੇ ਦਾ ਪ੍ਰਗਟਾਵਾ ਕੀਤਾ ਜਾਏ, ਜਾਂ ਇਸ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਜਾਏ। ਸਾਡੀ ਕੋਸ਼ਿਸ਼ ਹੈ ਇਸ ਦੇ ਉੱਤੇ ਅਸੀਂ ਆਪਣੇ ਮਹਿਮਾਨ, ਉਹਨਾਂ ਦੇ ਨਾਲ ਜੇ ਗੱਲ ਕਰ ਸਕੀਏ ਜਿਨ੍ਹਾਂ ਨੇ ਇਹਦੇ ਬਾਰੇ ਬਹੁਤ ਕੰਮ ਕੀਤਾ ਹੈ, ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਉਹ ਇਸ ਦੇ ਉੱਤੇ ਵਿਸਥਾਰ ਸਹਿਤ ਗੱਲ ਕਰਨਗੇ। ਅਸੀਂ ਸਾਹਿਬ ਪਰਮਜੀਤ ਸਿੰਘ ਜੀ ਸਰਨਾ ਨੂੰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ ਔਰ ਆਪਣਾ ਪੱਖ ਰੱਖਿਆ ਸੀ, ਉਹ ਆਪਨੇ ਵੇਖਿਆ ਸੀ। ਅੱਜ ਇਸ ਦਾ ਦੂਸਰਾ ਪੱਖ ਦੂਜੇ ਪਾਸਿਓਂ, ਪਰ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦੀ ਮਹੱਤਤਾ ਇਸ ਕਰਕੇ ਬਹੁਤ ਜ਼ਿਆਦਾ ਹੈ, ਬਹੁਤ ਅਹਿਮ ਹੈ ਕਿ ਇਹ ਦੋਨੋਂ ਪੱਖ ਔਰ ਫਿਰ ਆਪ ਦਾ ਨਿਰਣਾ, ਸੰਗਤ ਦਾ ਪੱਖ, ਕੀ ਇਹ ਕਹਿਣਾ ਹਾਈ ਕੋਰਟ ਵਿੱਚ ਕਿ ਸਿੱਖ ਧਰਮ ਦੀ ਮਰਿਆਦਾ ਦੇ ਉਲਟ ਹੈ, ਇਸ ਦਾ ਫੈਸਲਾ, ਔਰ ਇਹ ਕਹਿਣਾ ਜੋ ਕਿ ਕੱਲ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਬਾਕੀ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਆ ਕੇ ਉਹ ਉਸ ਦਾ ਨੀਂਹ ਪੱਥਰ ਜਾਂ ਉਦਘਾਟਨ ਕਰਨਗੇ, ਅਰਦਾਸ ਕਰਨਗੇ, ਤਾਂ ਹਾਈ ਕੋਰਟ ਦੇ ਵਿੱਚ ਜਾ ਕੇ ਕਹਿਣਾ ਕਿ ਇਹ ਮਰਿਆਦਾ ਦੇ ਉਲਟ ਹੈ। ਹੁਣ ਕੀ ਸਾਡੀ ਮਰਿਆਦਾ ਦੁਨਿਆਵੀ ਅਦਾਲਤਾਂ ਤੈਅ ਕਰਿਆ ਕਰਨਗੀਆਂ? ਕੀ ਅਸੀਂ ਆਪਣੇ ਸਿੰਘ ਸਾਹਿਬਾਨ ਨੂੰ ਅਦਾਲਤਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਇੱਕ ਪਾਰਟੀ ਦੇ ਤੌਰ ਦੇ ਉੱਤੇ ਕਰਾਂਗੇ? ਕੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੰਨੀਆਂ ਕੁ ਵੀ ਇਮਾਰਤਾਂ ਬਣੀਆਂ ਹਨ, ਕੀ ਅਸੀਂ ਉਸ ਦੇ ਲਈ ਇਜਾਜ਼ਤ ਲੈ ਕੇ ਹਰ ਚੀਜ਼ ਲਈ ਕਰਾਂਗੇ? ਸੋ ਇਹ ਇੱਕ ਬਹੁਤ ਵੱਡਾ ਬੁਨਿਆਦੀ ਸਵਾਲ ਹੈ ਜਿਹਦਾ ਜਵਾਬ ਤੁਸੀਂ ਦੇਣਾ ਹੈ ਕਿ ਅਸੀਂ ਇਸ ਗੱਲ ਦੀ ਪ੍ਰਵਾਨਗੀ ਦਿੰਦੇ ਹਾਂ, ਇਸ ਦੇ ਨਾਲ ਸਹਿਮਤੀ ਪ੍ਰਗਟ ਕਰਦੇ ਹਾਂ, ਜਾਂ
ਆਪਣਾ ਪੱਖ ਕਿਸ ਰੂਪ ਵਿੱਚ ਪੇਸ਼ ਕਰਦੇ ਹਾਂ। ਤੁਹਾਡੇ ਵਿਚਾਰ ਉਹਨਾਂ ਤੱਕ ਪਹੁੰਚਣਗੇ ਔਰ ਅਗਲਾ ਨਿਰਣਾ ਕਰਨ ਵਿੱਚ ਸਹਾਈ ਹੋਣਗੇ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਆਪ ਨੂੰ ਅੱਜ ਦਾ ਮਸਲਾ ਜਿਹੜਾ ਸਾਡੀ ਇੱਕ ਦੁਖਦੀ ਹੋਈ ਰਗ ਹੈ ਉਸ ਦੇ ਬਾਰੇ ਜ਼ਿਕਰ ਕੀਤਾ ਔਰ ਇਸ ਦੇ ਉੱਤੇ ਆਪਣੀ ਵਿਆਖਿਆ, ਤਫਸੀਲ ਜਾਂ ਤਬਸਰਾ ਕਰਨ ਲਈ ਸਾਨੂੰ ਹੋਰ ਕੋਈ ਬਿਹਤਰ ਸ਼ਖਸੀਅਤ ਨਹੀਂ ਜਾਪੀ। ਸਰਦਾਰ ਤਰਲੋਚਨ ਸਿੰਘ, ਸਾਬਕਾ ਚੇਅਰਮੈਨ ਰਾਸ਼ਟਰੀ ਮਿਨੋਰਿਟੀਜ਼ ਕਮਿਸ਼ਨ ਤੇ ਮੈਂਬਰ ਆਫ ਪਾਰਲੀਮੈਂਟ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਤਨਾ ਖੁੱਲ੍ਹ ਕੇ ਇਸ ਦਿੱਲੀ ਦੇ ਔਰ ਹੋਰ ਥਾਵਾਂ ਦੇ ਕਤਲੇਆਮ ਦੀ ਆਵਾਜ਼ ਉਠਾਉਂਦਿਆਂ ਨਿਊਰਮਬਰਗ ਟਰਾਇਲ ਦਾ ਤੇ ਹੋਰ ਥਾਵਾਂ ਦੇ ਹਵਾਲੇ ਵੀ ਦਿੱਤੇ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਇਹ ਵੀ ਅਫਸੋਸ ਪ੍ਰਗਟ ਕੀਤਾ ਕਿ ਘੱਟੋ ਘੱਟ 20 ਸਾਲ ਬਾਅਦ ਅੱਜ ਸਾਨੂੰ ਬੋਲਣ ਦੀ ਤੇ ਆਜ਼ਾਦੀ ਮਿਲੀ ਹੈ। ਸਰਦਾਰ ਤਰਲੋਚਨ ਸਿੰਘ ਜੀ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਹਨ ਔਰ ਇਹ ਜੋ ਘਟਨਾ ਹੈ, ਕਾਰਾ ਹੈ ਜਾਂ ਦੁਰਕਾਰਾ ਹੈ, ਇਹਦੇ ਬਾਰੇ ਉਹਨਾਂ ਨਾਲ ਗੱਲ ਕਰਾਂਗੇ। ਸਰਦਾਰ ਤਰਲੋਚਨ ਸਿੰਘ ਜੀ, ਗੈਟ ਪੰਜਾਬੀ ਚੈਨਲ ਰਾਹੀਂ ਅਮਰੀਕਾ ਔਰ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਤਰਲੋਚਨ ਸਿੰਘ ਜੀ, ਇਹ ਜਿਹੜਾ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਸਿੰਘ ਸਾਹਿਬਾਨ ਨੇ ਸਵੇਰੇ, ਬਲਕਿ ਤੁਹਾਡੀ ਤੇ ਸਵੇਰ ਹੋ ਗਈ, ਕੁਝ ਘੰਟਿਆਂ ਬਾਅਦ, 2-3 ਘੰਟਿਆਂ ਬਾਅਦ ਉੱਥੇ ਉਹ ਅਰਦਾਸ ਕਰਨੀ ਹੈ ਔਰ ਨੀਂਹ ਪੱਥਰ ਰੱਖਣਾ ਹੈ। ਪਰ ਸਾਹ ਪਰਮਜੀਤ ਸਿੰਘ ਜੀ ਸਰਨਾ, ਸਾਹ ਹਰਿੰਦਰ ਸਿੰਘ ਸਰਨਾ ਔਰ ਮਨਜੀਤ ਸਿੰਘ ਸਰਨਾ, ਸਾਹ ਪਰਮਜੀਤ ਸਿੰਘ ਸਰਨਾ ਵੱਲੋਂ ਹਾਈ ਕੋਰਟ ਵਿੱਚ ਇੱਕ ਦਰਖਾਸਤ ਦੇ ਕੇ ਜਿਹੜੇ ਨੁਕਤੇ ਉਠਾਏ ਗਏ ਉਹ ਪਹਿਲੀ ਵਾਰ ਸ਼ਾਇਦ ਇੱਦਾਂ ਆਏ। ਉਹਨਾਂ ਨੇ ਕਿਹਾ ਹੈ ਕਿ ਇਹ ਮਰਿਆਦਾ ਦੀ ਉਲੰਘਣਾ ਹੈ। ਸੋ ਕੀ ਇਹ ਹੁਣ ਸਾਡਾ ਮਰਿਆਦਾ ਦਾ ਮਸਲਾ, ਅਕਾਲ ਤਖਤ ਸਾਹਿਬ ਦਾ ਜਥੇਦਾਰ, ਬਾਕੀ ਤਖਤਾਂ ਦੇ ਜਥੇਦਾਰ ਕੋਈ ਕਾਰਵਾਈ ਕਰ ਰਹੇ ਹੈ, ਹੁਣ ਅਕਾਲ ਤਖਤ ਫੈਸਲਾ ਨਾ ਕਰਕੇ ਦਿੱਲੀ ਹਾਈ ਕੋਰਟ ਇਹਦਾ ਫੈਸਲਾ ਕਰੇਗੀ ਕਿ ਸਿੱਖਾਂ ਦੀ ਮਰਿਆਦਾ ਕੀ ਹੈ। ਔਰ ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਇਹਦੇ ਤੇ ਕੰਟੈਂਪਟ ਆਫ ਕੋਰਟ ਵੀ ਇਹਨਾਂ ਦੇ ਉੱਤੇ ਚੱਲਣਾ ਚਾਹੀਦਾ। ਔਰ ਤੀਸਰੀ ਵੱਡੀ ਚੀਜ਼ ਜਿਹੜੀ ਉਹਨਾਂ ਨੇ ਕਹੀ ਹੈ, ਬਹੁਤ ਗੰਭੀਰ ਹੈ, ਕਿ ਇਹ ਸ਼ਹੀਦ ਨਹੀਂ ਹਨ। ਸੋ ਇਹ ਤਿੰਨੋਂ ਸਾਡੀ ਤੇ ਸਮਝ ਤੋਂ ਬਾਹਰ ਹੈ। ਸਾਨੂੰ ਤੇ ਇਹ ਲਫ਼ਜ਼ਾਂ ਦੇ ਵੀ ਇਹ ਲੱਗ ਰਿਹਾ ਹੈ ਕਿ ਯਕੀਨ ਨਹੀਂ ਆਉਂਦਾ ਕਿ ਕੀ ਕੋਈ ਸਿੱਖ ਇਸ ਤਰ੍ਹਾਂ ਦਾ ਬਿਆਨ ਦੇ ਸਕਦਾ ਹੈ। ਤੁਸੀਂ ਬਹੁਤ ਨੇੜਿਓਂ ਜੁੜੇ ਹੋ ਔਰ ਦਿੱਲੀ ਦੇ ਸਿੱਖਾਂ ਦੀ ਮਾਨਸਿਕਤਾ ਨੂੰ ਸਮਝਦੇ ਹੋ। ਜੀ, ਮੈਂ ਬੜਾ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬੜੇ ਇੰਪੋਰਟੈਂਟ ਇਸ਼ੂ ਜਿਹੜਾ ਇਸ ਵੇਲੇ ਸਾਡੇ ਸਾਹਮਣੇ ਹੈ ਉਹਦੇ ਬਾਰੇ ਤੁਸੀਂ ਇੱਕ ਲੋਕਾਂ ਨੂੰ, ਆਲ ਪੀਪਲ ਇਨ ਅਮਰੀਕਾ, ਕੈਨੇਡਾ, ਪ੍ਰੋਪਰ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ। ਮੈਂ ਬੜਾ ਹੈਰਾਨ ਹਾਂ ਕਿ ਸਰਨਾ ਸਾਹਿਬ ਮੇਰੇ ਵੀ ਦੋਸਤ ਹੈ ਕਿ ਉਹ ਇਹ ਇਲੈਕਸ਼ਨ ਜਿਹੜੀ ਹਾਰੀ ਉਹਨਾਂ ਨੇ, ਜਿਸ ਵਿੱਚ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਦੇ ਚੁਣਾਵ ਵਿੱਚ, ਔਰ ਬੁਰੀ ਤਰ੍ਹਾਂ ਹਾਰੀ। ਜਿਹੜੇ 40 ਚੋਂ ਬੰਦੇ ਸਿਰਫ 8 ਆਏ ਉਹਨਾਂ ਦੇ। ਉਹਨਾਂ ਨੇ ਸਬਕ ਨਹੀਂ ਸਿੱਖਿਆ ਵੀ ਉਹਨਾਂ ਹਾਰੇ ਕਿਉਂ। ਦੇਖੋ ਗੱਲ, ਮੈਂ ਵੀ ਦਿੱਲੀ ਰਹਿੰਦਾ, ਤੁਸੀਂ ਵੀ ਦਿੱਲੀ ਨਾਲ ਬੜੇ ਵਿਵਸਥਾ ਰਹੇ ਹੋ। ਇਹਨਾਂ ਨੇ ਕੀ ਕੀਤਾ, ਜਦ ਦੇ ਸਰਨਾ ਸਾਹਿਬ ਇਨ ਪਾਵਰ ਆਏ ਦਿੱਲੀ ਗੁਰਦੁਆਰਾ ਕਮੇਟੀ ਦੇ, ਉਹਨਾਂ ਨੇ 2 ਗੱਲਾਂ ਕੀਤੀਆਂ। ਇੱਕ ਤੇ ਉਹਨਾਂ ਨੇ ਅਕਾਲ ਤਖਤ ਨੂੰ ਚੈਲੰਜ ਕਰਤਾ ਤੇ ਹਰ ਇਸ਼ੂ ਅਕਾਲ ਤਖਤ ਨੂੰ ਡਿਬੇਟੇਬਲ ਕਰਤਾ। ਇਹ ਅੱਜ ਤੱਕ ਨਹੀਂ ਸੀ ਹੋਇਆ ਕਿ ਅਕਾਲ ਤਖਤ ਦੀ ਅਸੀਂ ਸੁਪਰਮੇਸੀ ਮੰਨਦੇ ਹਾਂ ਕਿ ਚਾਹੇ ਹੁਕਮ ਉਹ ਕਿਵੇਂ ਲੈਂਦੇ ਮੈਨੂੰ ਨਹੀਂ ਪਤਾ, ਇਟਸ ਅਪ ਟੂ देयर ਆਪਣੀ ਐਬਿਲਿਟੀ ਐਂਡ ਨॉलेज ਐਂਡ ਕਮਿਟਮੈਂਟ ਟੂ ਦੀ ਕੌਮ। ਬਟ ਵਨਸ ਏ ਹੁਕਮਨਾਮਾ issued by ਅਕਾਲ ਤਖਤ, every Sikh, whosoever he may be, at whatever position he may be, he has to bow, ਔਰ ਉਹਨੇ ਉਹਦੇ ਅੱਗੇ ਸਿਰ ਝੁਕਾਉਣਾ। ਪਰ ਸਰਨਾ ਸਾਹਿਬ ਨੇ ਉਹਨੂੰ ਦੁਬਦਾ ਚ ਪਾ ਕੇ ਹਰ ਵਾਰੀ ਅਕਾਲ ਤਖਤ ਚੈਲੰਜ ਕੀਤਾ। ਦੂਜੀ ਸਰਨਾ ਸਾਹਿਬ ਨੇ ਗੱਲ ਕੀ ਕੀਤੀ ਕਿ ਸਿੱਖ ਕੌਮ ਨੂੰ ਦੁਬਦਾ ਚ ਪਾ ਕੇ, ਉਹ ਦੁਬਦਾ ਜੀ ਪਾਕਿਸਤਾਨ ਨਜ਼ਰ ਆ ਰਹੀ ਹੈ ਕਿ ਉਹਨਾਂ ਨੇ ਗੁਰਪੁਰਬਾਂ ਦੀਆਂ ਡੇਟਾਂ ਬਦਲਤੀਆਂ। ਪਹਿਲਾਂ ਸੰਗਰਾਂਦਾਂ ਦੀ ਡੇਟਾਂ ਬਦਲਤੀਆਂ। ਦਿੱਲੀ 2 ਸੰਗਰਾਂਦ ਹੁੰਦੇ ਸੀ,
ਜੀ ਹੁਣ ਕੱਲ ਅੱਜ ਗੁਰਪੁਰਬ ਸੱਚੇ ਪਾਤਸ਼ਾਹ ਦਾ ਦਿੱਲੀ 'ਚ ਗੁਰੂ ਅਰਜਨ ਦਿੱਲੀ 'ਚ 2 ਵਾਰੀ ਮਨਾਉਂਦੇ, 2 ਵਾਰੀ ਛਬੀਲਾਂ ਲੱਗਦੀਆਂ। ਦਿੱਲੀ ਦੇ ਲੋਕ ਪੁੱਛਦੇ ਸੀ ਵੀ ਇਹ ਸਿੱਖਾਂ ਨੂੰ ਹੋ ਕੀ ਗਿਆ, ਇਹਨਾਂ ਨੂੰ ਡੇਟਾ ਹੀ ਨਹੀਂ ਪਤਾ ਆਪਣੀਆਂ। ਸਰਨਾ ਸਾਹਿਬ ਨੇ ਕੌਮ ਨੂੰ ਦੁਬਦਾ 'ਚ ਪਾਇਆ, ਗੁਰਪੁਰਬਾਂ ਦੀਆਂ 2 ਡੇਟਾਂ, ਸੰਗਰਾਂਦਾਂ ਦੀਆਂ 2 ਡੇਟਾਂ, ਅਕਾਲ ਤਖ਼ਤ ਨੂੰ ਚੈਲੰਜ। ਔਰ ਕਿਉਂਕਿ ਪਾਕਿਸਤਾਨ ਦੀ ਸਰਕਾਰ ਉਹਨਾਂ ਦੇ ਨਾਲ ਸੀ, ਉੱਥੇ ਵੀ ਜਾ ਕੇ ਉਹਨਾਂ ਨੇ ਉਹ ਦੁਬਦਾ ਪਾਈ। ਲੋਕਾਂ ਨੇ ਉਹਦਾ ਜਵਾਬ ਦੇ ਕੇ ਉਹਨਾਂ ਨੂੰ ਰਾਊਟ ਦਿੱਤਾ, ਇਲੈਕਸ਼ਨ 'ਚੋਂ ਹਾਰੇ। ਲੇਕਿਨ ਉਹਨਾਂ ਨੂੰ ਸਬਕ ਨਹੀਂ ਆਇਆ ਵੀ ਇਹ ਬਿਕਾਜ਼ ਆਫ ਦੈਟ ਕਿ ਉਹਨਾਂ ਨੂੰ ਸਿੱਖਾਂ ਨੇ ਕੱਢਿਆ। ਹੁਣ ਜੋ ਉਹਨਾਂ ਨੇ ਚੈਲੰਜ ਕੀਤਾ, ਦਿਸ ਇਜ਼ ਮੋਸਟ ਅਨਸਿੱਖ ਲਾਈਕ। ਮੈਂ ਸਮਝਦਾ ਕੋਈ ਸਿੱਖ ਕੋਈ ਕਿਧਰੇ ਹੋਵੇ, ਚਾਹੇ ਉਹਦੇ ਵਿਊ ਕਿਸੇ ਬਾਰੇ ਹੋਣ, ਕਿਸੇ ਪੋਲੀਟੀਕਲ ਪਾਰਟੀ ਨਾਲ ਹੋਣ, ਸਾਡੀਆਂ 100 ਦੁਸ਼ਮਣੀਆਂ ਹੋਣ, ਪਰ ਤੁਸੀਂ ਸਿੱਖ ਸਿਧਾਂਤ ਨੂੰ ਚੈਲੰਜ ਨਹੀਂ ਕਰ ਸਕਦੇ। ਸੋ ਸਰਨਾ ਸਾਹਿਬ ਨੇ ਇਹ ਬਹੁਤ ਵੱਡੀ ਗਲਤੀ ਕੀਤੀ ਕਿ ਕੋਰਟ ਦਾ ਦਰਵਾਜ਼ਾ ਖੜਕਾਇਆ। ਕਿਹੜੀ ਗੱਲ ਨਹੀਂ, ਦੇਖੋ ਜਿਹੜਾ ਸਿੱਖ ਦਿੱਲੀ ਦਾ ਰਹਿੰਦਾ, ਉਹ ਬੜੇ ਦੇਰ ਤੋਂ, ਮੈਂ ਵੀ ਇਸ ਗੱਲ ਤੇ ਬੜੀ ਚਰਚਾ ਕਰ ਚੁੱਕਿਆ, ਹਰ ਵਾਰੀ ਰੌਲਾ ਪਾਇਆ ਕਦ ਦਾ ਕਿ ਦਿੱਲੀ ਦੇ ਜਿਹੜੇ ਵਿਚਾਰੇ ਬਿਨਾਂ ਬੇਗੁਨਾਹ ਮਾਰੇ ਗਏ ਹਜ਼ਾਰਾਂ, ਉਹਨਾਂ ਦੀ ਕਿਧਰੇ ਛੋਟੀ ਮੋਟੀ ਯਾਦ ਰੱਖੋ, ਪਰ ਕਿਸੇ ਗੁਰਦੁਆਰਾ ਕਮੇਟੀ ਨਹੀਂ ਕੀਤੀ। ਜਿਹੜੀ ਹੁਣ ਗੁਰਦੁਆਰਾ ਕਮੇਟੀ ਆਈ, ਜਿਸ ਬਾਦਲ ਸਾਹਿਬ ਦੀ ਅਸ਼ੀਰਵਾਦ ਨਾਲ ਜਿੱਤੇ, ਔਰ ਬਾਦਲ ਸਾਹਿਬ ਦੀ ਵਿਕਟਰੀ, ਕਿਉਂਕਿ ਇਸ ਜਿਹੜੀ ਦਿੱਲੀ ਇਲੈਕਸ਼ਨ ਹੋਈ ਹੈ ਨਾ, ਉਹਦੇ 'ਚ ਬੜਾ ਵੱਡਾ ਪੁਆਇੰਟ ਆਇਆ ਸੀ ਕਿ ਕੀ ਦਿੱਲੀ ਦਾ ਸਿੱਖ ਕੌਮ ਇੱਕ ਲੀਡਰ ਚਾਹੁੰਦੀ ਹੈ, ਕੀ ਸਿੱਖ ਕੌਮ ਇੱਕ ਲੀਡਰਸ਼ਿਪ ਅੰਮ੍ਰਿਤਸਰ 'ਚ ਤਕੜੀ ਚਾਹੁੰਦੀ ਹੈ ਜਿਹੜੀ ਆਲ ਓਵਰ ਇੰਡੀਆ ਸਾਡੀ ਪ੍ਰੋਟੈਕਸ਼ਨ ਕਰ ਸਕੇ। ਸੋ ਲੋਕਾਂ ਨੇ ਉਹ ਬਾਦਲ ਸਾਹਿਬ ਤੇ ਵਿਸ਼ਵਾਸ ਕੀਤਾ ਕਿ ਹੀ ਇਜ਼ ਦਾ ਓਨਲੀ ਵਨ ਜਿਹਨੂੰ ਅਸੀਂ ਲੀਡਰ 'ਚ। ਸੋ ਬਾਦਲ ਸਾਹਿਬ ਵੀ ਜਦੋਂ ਇੱਥੇ ਆਈ, ਉਹਨਾਂ ਦੀ ਮਰਜ਼ੀ ਨਾਲ ਇਹ ਜੋ ਕੁਝ ਹੋ ਰਿਹਾ ਕਿ ਉਹਨਾਂ ਨੇ ਕਿਹਾ ਵੀ ਇੱਥੇ ਕਰੋ, ਹੀ ਗੇਵ ਪਰਮਿਸ਼ਨ। ਨਾ ਹੁਣ ਗੱਲ ਹੈ ਕਿ ਗੱਲ ਆਪਾਂ ਸਮਝੀਏ ਕਿ ਗੁਰਦੁਆਰਾ ਸਾਹਿਬ ਰਕਾਬਗੰਜ ਵਿੱਚ ਇਹ ਇੱਕ ਯਾਦ ਉਹਨਾਂ ਲੋਕਾਂ ਦੀ ਜਿਹੜੇ ਬੇਗੁਨਾਹ ਮਾਰੇ ਗਏ। ਹੁਣ ਸਰਨਾ ਸਾਹਿਬ ਕਹਿੰਦੇ ਜੀ ਉਹ ਸ਼ਹੀਦ ਹੀ ਨਹੀਂ। ਤੁਸੀਂ ਲਾਂਬਾ ਸਾਹਿਬ ਬਹੁਤ ਵੱਡੇ ਲਿਖਾਰੀ ਹੋ, ਤੁਸੀਂ ਬੜੇ ਵੱਡੇ ਮੈਗਜ਼ੀਨ ਦੇ ਵੀ ਐਡੀਟਰ ਰਹੇ ਹੋ, ਮੈਨੂੰ ਦੱਸੋ ਵੀ ਜਿਹਨੇ ਅਬਦਾਲੀ ਮਾਰ ਗਿਆ ਉਹ ਕੌਣ ਸਨ ਬੇਗੁਨਾਹ? ਅਬਦਾਲੀ ਨੇ 18 ਸਿੱਖ ਮਾਰੇ, ਅਸੀਂ ਕੱਲੂਕਾਰਾ ਕਿਉਂ ਮਨਾਉਂਦੇ ਆ? ਉਹ ਕੱਲੂਕਾਰਾ ਵਾਲੇ ਸ਼ਹੀਦ ਕਹਿੰਦੇ ਆ ਨਾ, ਉਹਨਾਂ ਦਾ ਕਸੂਰ ਕੀ ਸੀ? ਉਹ ਚੱਲ ਰਹੇ ਸੀ, ਅਬਦਾਲੀ ਨੇ ਹਮਲਾ ਕਰਤਾ, ਕੋ ਪਰੇੜੇ ਆ ਕੇ ਮਾਰਤੇ ਕਈ ਹਜ਼ਾਰ ਸਿੱਖ, ਅਸੀਂ ਉਹਨਾਂ ਦੀ ਯਾਦਗਾਰ ਕੱਲੂਕਾਰਾ ਡੇ ਮਨਾਉਂਦੇ। ਉਹ ਜਿਹੜਾ ਸਿੱਖ ਐਜ਼ ਏ ਸਿੱਖ ਮਰਦਾ, ਉਹ ਤਾਂ ਮਰੇ ਦਿੱਲੀ ਦੇ ਲੋਕ, ਉਹਨੇ ਸਿਰ ਤੇ ਪਗੜੀ ਸੀ। ਦੇ ਵਰ ਕਿਲਡ ਬਿਕਾਜ਼ ਦੇ ਵਰ ਸਿੱਖ, ਇਸ ਕਰਕੇ ਨਹੀਂ ਮਾਰੇ ਗਏ ਵੀ ਉਹ ਕੋਈ ਕ੍ਰਾਈਮ ਕਰ ਰਹੇ ਸੀ ਜਾਂ ਕੋਈ ਉਹ ਜਾਇਦਾਦਾਂ ਦਾ ਕਬਜ਼ੇ, ਨਹੀਂ, ਉਹ ਕਿਉਂਕਿ ਸਿੱਖਾਂ ਨੂੰ ਸਬਕ ਸਿਖਾਉਣਾ ਸੀ, ਉਹ ਮਰੇ। ਨਾਲੇ ਸਤਲੋਚਨ ਸਿੰਘ ਜੀ, ਇਹਨਾਂ ਦੇ ਪਿਤਾ ਜੀ ਨੇ ਆਪ ਖੁਦ ਕਹਿੰਦੇ ਸਰਨਾ ਸਾਹਿਬ ਕਿ ਲੁਧਿਆਣੇ ਦੇ ਵਿੱਚ ਗੁਰਦੁਆਰਾ ਸ਼ਹੀਦਾਂ 1947 ਵਿੱਚ ਜਿਹੜੇ ਸਿੱਖ ਸ਼ਹੀਦ ਹੋਏ, ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ, ਉਹਨਾਂ ਨੂੰ ਉਹ ਸ਼ਹੀਦ ਕਹਿੰਦੇ ਆ, ਇਹਨਾਂ ਨੂੰ ਸ਼ਹੀਦ ਮੰਨਣ ਲਈ ਤਿਆਰ ਨੇ। ਇਹਦਾ ਮਤਲਬ ਇਹ ਕੋਰਟ ਡਿਸਾਈਡ ਕਰੇਗੀ ਸ਼ਹੀਦ ਕੌਣ ਹੈ? ਨਹੀਂ, ਮੈਂ ਉਹ 2-3 ਗੱਲਾਂ ਕਹਿਣਾ ਚਾਹੁੰਦਾ ਜੀ। ਸਰਨਾ ਸਾਹਿਬ ਨੇ ਇੱਕ ਇਤਰਾਜ਼ ਹੋਰ ਕੀਤਾ ਹੈ ਬੜੀ ਦੇਰ ਤੋਂ ਕਿ ਜਿਹੜੀ ਯਾਦਗਾਰ ਬਣੇਗੀ ਉਹ ਸਾਂਝੀ ਬਣੇਗੀ 1947 ਤੋਂ ਲੈ ਕੇ ਅੱਜ ਤੱਕ ਜੀ। ਮਤਲਬ ਕਿ ਉਹ ਇੱਕ ਗੱਲ ਨੂੰ ਅਵੇਸਵ ਕਰਨ ਲਈ, ਇਸ ਗੱਲ ਨੂੰ ਸਾਈਡ ਟਰੈਕ ਕਰਨ ਲਈ ਇੱਕ ਨਵਾਂ ਬਹਾਨਾ ਲੱਭ ਲਿਆ ਕਿ 1947 ਚ ਜੋ ਵਾਪਰਿਆ ਉਹ ਵੀ ਸ਼ਹੀਦ ਬਣਾ ਲਓ ਨਾਲ। ਬੜੀ ਕਲੀਅਰ ਸੀ ਜੀ, ਡਾਇਲੂਟ ਕਰਕੇ ਇਹਨੂੰ ਕਰਨਾ ਚਾਹੁੰਦੇ। ਦੇਖੋ ਜਿਹੜੀ ਦਿੱਲੀ ਸਰਕਾਰ ਹੈ ਉਹ ਨਹੀਂ ਚਾਹੁੰਦੀ ਕਿ ਕੋਈ ਯਾਦਗਾਰ ਬਣੇ ਜੀ। ਇੱਕ ਪਹਿਲਾਂ ਸਰਸਾ ਜਿਹੜੇ ਸਾਡੇ ਕਾਉਂਸਲਰ ਹੈ, ਉਹਨਾਂ ਨੇ ਇੱਕ ਜਗ੍ਹਾ ਉੱਥੇ ਪੰਜਾਬੀ ਬਾਗ ਪਾਰਕ ਦੀ ਅਲਾਟਮੈਂਟ ਕਰਾਈ, ਮੈਂ ਵੀ ਗਿਆ, ਅਸੀਂ ਮੀਟਿੰਗ ਕਰਕੇ ਉੱਥੇ ਓਪਨ ਗਰਾਊਂਡ ਵਿੱਚ ਇੱਕ ਮੋਮਬੱਤੀਆਂ ਜਾਂ ਲਾਈਟਾਂ ਲਗਾ ਕੇ, ਕੋਈ ਬਿਲਡਿੰਗ ਨਹੀਂ ਸੀ ਬਣਾ ਰਹੇ, ਉਹਦੀ ਇਜਾਜ਼ਤ ਮਿਲ ਗਈ। ਮਿਲਣ ਤੋਂ ਬਾਅਦ ਸਰਨਾ ਸਾਹਿਬ ਨੂੰ ਬੜਾ ਹੋ ਗਿਆ ਕਿ ਉਹ ਉਹਨਾਂ ਦੇ ਘਰ ਦੇ ਸਾਹਮਣੇ ਜਿੱਥੇ ਉਹ ਰਹਿੰਦੇ ਉਹਦੇ ਸਾਹਮਣੇ ਪਾਰਕ ਹੈ, ਉਹਨਾਂ ਨੇ ਰੌਲਾ ਪਵਾ ਕੇ ਝਗੜਾ ਕਰਤਾ ਕਿ ਪਾਰਕ ਕਰਾ, ਉੱਥੇ ਵੀ ਸਰਨਾ ਸਾਹਿਬ ਕਰਕੇ ਹੀ ਉਹ ਕੈਂਸਲ ਹੋਇਆ। ਹੁਣ ਜਦੋਂ ਇਹ ਸਾਨੂੰ ਪਤਾ ਹੈ ਕਿ ਦਿੱਲੀ ਗਵਰਨਮੈਂਟ ਕੋਈ ਜਗ੍ਹਾ ਦੇਣ ਨੂੰ ਤਿਆਰ ਨਹੀਂ, ਤਾਂ ਇਹ ਗੁਰਦੁਆਰਾ ਵਿੱਚ ਆਪਣਾ ਗੁਰਦੁਆਰਾ ਕਿਹਦਾ? ਗੁਰਦੁਆਰਾ ਸਿੱਖਾਂ ਦਾ। ਗੁਰਦੁਆਰੇ ਵੀ ਸ਼ਹਾਦਤ ਹੋਈ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਸਕਾਰ ਹੋਇਆ। ਸੋ ਇਹ ਸਿੱਖਾਂ ਦੀ ਆਪਣੀ ਪ੍ਰਾਪਤੀ ਹੈ। ਇਹ ਸੋਚ ਸਮਝ ਕੇ ਦਿੱਲੀ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਸਰਕਾਰ ਤਾਂ ਕਿ ਉਲਝਣ ਨਾ ਪਾਵੇ, ਅਸੀਂ ਉੱਥੇ ਬਣਾ ਰਹੇ। ਪਰ ਸਰਨਾ ਸਾਹਿਬ ਨੂੰ ਇਹ ਹਰ ਗੱਲ ਪੋਲੀਟੀਕਲ ਨਜ਼ਰ ਆਉਂਦੀ ਹੈ। ਉਹਨਾਂ ਨੇ ਹੋ ਗਿਆ ਕਿ ਮੈਂ ਹਾਰ ਗਿਆ, ਇਹ ਹੁਣ ਜੇ ਇਹ ਗੱਲ ਕਰਨਗੇ ਤੇ ਉਹ ਹੋਰ ਹਾਰਨਗੇ, ਔਰ ਦੂਜਾ ਗਰੁੱਪ ਜਿਹੜਾ ਇਸ ਵੇਲੇ ਕਾਬਜ਼ ਹੈ ਉਹਨੂੰ ਹੋਰ ਤਾਕਤ ਮਿਲੇਗੀ। ਸੋ ਬਹੁਤ ਦੂਜਾ ਗੱਲ ਇਹ ਹੈ ਕਿ ਤੁਹਾਨੂੰ ਯਾਦ ਹੋਣਾ, ਤਾਰੀ ਦੇ ਇਸ਼ੂ ਤੇ ਕੋਰਟ ਗਈ ਸੀ, ਮੈਂ ਆਰਟੀਕਲ ਲਿਖਿਆ, ਸਿੱਖ ਰਿਵਿਊ ਚ ਵੀ ਛਪਿਆ, ਅਜੀਤ ਵੀ ਛਪਿਆ ਕਿ ਕੋਰਟ ਹੈਜ਼ ਨੋ ਪਾਵਰ ਟੂ ਡਿਕਲੇਅਰ ਕਿ ਸਿੱਖ ਕੌਣ ਹੈ। ਦੇਖੋ ਜੇ ਸਿੱਖ ਜਿਹੜਾ ਧਰਮ ਕੋਈ ਹੈ, ਅੱਜ ਕੋਈ ਇਸਲਾਮ ਦਾ ਕਵੇ, ਦੱਸੇਗਾ ਕਿ ਮੁਸਲਮਾਨ, ਕੋਰਟ ਕਹੇਗੀ ਤੂੰ ਮੁਸਲਮਾਨ ਹੈ ਕਿ ਨਹੀਂ ਹੈ, ਇਹ ਕਦੇ ਕਚਹਿਰੀਆਂ ਦੀ ਕੰਮ ਹੀ ਨਹੀਂ, ਇਹ ਸਾਡੀਆਂ ਰਿਲੀਜੀਅਸ ਕੋਰਟ ਕਰ। ਕੋਰਟ ਹੈਜ਼ ਨੋ ਪਾਵਰ ਕਿ ਸਾਡੀ ਸਿੱਖ ਮਰਿਆਦਾ ਕੀ ਹੈ, ਕੋਰਟ ਹੈਜ਼ ਨੋ ਪਾਵਰ ਟੂ ਸੇ ਸਿੱਖ ਕੌਣ ਹੈ। ਮੈਂ ਉਦੋਂ ਵੀ ਕਿਹਾ ਸੀ ਇਹ ਕੇਸ ਲੜੋ ਹੀ ਨਾ, ਸਿੱਖ ਡਿਕਲੇਅਰ ਕਰਨ ਦਾ ਹੱਕ ਹੈ ਉਹ ਸਿਰਫ ਸਾਡੀਆਂ ਰਿਲੀਜੀਅਸ ਅਥਾਰਟੀ ਨੂੰ ਹੈ। ਅੱਜ ਇਹ ਕਹਿਣਾ ਕਿ ਜੀ ਇਹ ਸਿੱਖ ਮਰਿਆਦਾ
ਵੀ ਸਿੱਖ ਮਰਿਆਦਾ ਅਕਾਲ ਤਖਤ ਤੋਂ ਵੱਡੀ ਕਿਹੜੀ ਕੋਰਟ ਹੈ। ਜੇ ਸਿੱਖ ਮਰਿਆਦਾ ਦਾ ਸਰਨਾ ਸਾਹਿਬ ਜਾਂਦੇ ਅੰਮ੍ਰਿਤਸਰ ਕਹਿੰਦੇ ਜੀ ਇਹ ਗਲਤ ਹੋ ਰਿਹਾ, ਤੁਸੀਂ ਉਹਨੂੰ ਰਿਵਿਊ ਕਰੋ, ਕੋਈ ਤਾਂ ਉਹਨਾਂ ਨੇ ਕੀਤਾ ਹੀ ਨਹੀਂ। ਕੋਈ ਡੈਪੂਟੇਸ਼ਨ ਅਕਾਲ ਤਖਤ ਭੇਜਿਆ, ਕੋਈ ਉਹਨਾਂ ਨੇ ਰਾਏ ਆਪਣਾ ਬਣਾਈ, ਕੋਈ ਓਪੀਨੀਅਨ। ਇਸ ਵਕਤ ਸਿੱਖ ਕੌਮ 99.9% ਇਸ ਗੱਲ ਤੇ ਖੜੀ ਹੈ ਕਿ ਯਾਦਗਾਰ ਬਣਨੀ ਚਾਹੀਦੀ ਹੈ। ਬਣੇ ਉਹਦੇ ਰਕਾਬਗੰਜ ਸਾਹਿਬ ਔਰ 5 ਜਥੇਦਾਰ ਸਾਹਿਬਾਨ, ਦੇਖੋ ਕਮਾਲ ਤੇ ਹੈ ਕਿ ਸਾਰੇ ਜਥੇ ਤਖਤਾਂ ਦੇ ਉਹ ਆ ਰਹੇ ਹੈ, ਉਹ ਕਰ ਰਹੇ ਹੈ। ਬਾਕੀ ਇੱਕ ਮੈਂ ਬੜੀ ਦੇਰ ਤੋਂ ਇਸ ਬਾਰੇ ਆਰਟੀਕਲ ਲਿਖ ਰਿਹਾ ਕਿ ਯਾਦਗਾਰ ਸਿੰਬਾਲਿਕ ਹੋਵੇ। ਮੈਂ ਗੁਰਦੁਆਰਾ ਅੰਦਰ ਇੱਕ ਹੋਰ ਬਣਾਉਣ ਦੇ ਖਿਲਾਫ ਹਾਂ, ਮੈਂ ਬਿਲਡਿੰਗ ਬਣਾਉਣ ਦੇ ਵੀ ਖਿਲਾਫ ਹਾਂ, ਕਿਉਂਕਿ ਜੇ ਬਿਲਡਿੰਗ ਵਗੈਰਾ ਬਣਾ ਕੇ ਅਸੀਂ ਉਸ ਗੱਲ ਦਾ, ਦੇਖੋ ਤੁਸੀਂ ਜਲਿਆਂਵਾਲਾ ਅੰਮ੍ਰਿਤਸਰ ਵੀ ਰਹੇ ਹੋ, ਜਲਿਆਂਵਾਲਾ ਬਾਗ 1000 ਬੰਦਾ ਮਾਰਿਆ ਗਿਆ ਗੋਲੀਆਂ ਨਾਲ, ਉਹਦੇ ਸਿੰਬਾਲਿਕ ਬਣੀ ਹੈ ਇੱਕ ਲਾਟ ਲੱਗੀ, ਬਾਗ ਉਸ ਤਰ੍ਹਾਂ ਹੀ ਪਿਆ। ਮੇਰਾ ਖਿਆਲ ਕਿੰਨੀ ਵੱਡੀ ਉਹਦੀ ਹੀਰੋਸ਼ੀਮਾ ਬੰਬ ਗਿਰਿਆ, ਐਟਮ ਬੰਬ, ਉੱਥੇ ਕਿੰਨਾ ਤਬਾਹੀ ਹੋਈ। ਉੱਥੇ ਜਾਓ 2 ਫੁੱਲ ਲੱਗੇ। ਮੇਰੇ ਬਾਰੇ ਗਵਰਨਮੈਂਟ ਆਫ ਇੰਡੀਆ ਨੇ ਆਪ ਇੱਕ ਅਮਰ ਜੋਤੀ ਬਣਾਈ ਹੈ ਇੰਡੀਆ ਗੇਟ ਤੇ, ਜਿਹੜੇ ਹਜ਼ਾਰਾਂ ਫੌਜੀ ਮਰ ਗਏ ਜੰਗਾਂ 'ਚ, ਇੱਕ ਉੱਥੇ ਲਾਈਟ ਚੱਲ ਰਹੀ ਹੈ। ਮੈਂ ਵੀ ਚਾਹੁੰਦਾ ਇੱਕ ਸਿੰਬਾਲਿਕ ਹੋਏਗੀ, ਬਾਕੀ ਕਮਰਾ ਹੋਏਗਾ, ਕਮਰੇ 'ਚ ਰਿਕਾਰਡ ਰੱਖਿਆ ਜਾਏਗਾ, ਪ੍ਰੈਸ ਕਲਿੱਪਿੰਗ ਫਿਲਮਾਂ ਰੱਖਣ ਔਰ ਉਹਨਾਂ ਦੇ ਨਾਮ ਵਿੱਚ ਲਿਖੇ ਜਾਣ। ਲੇਕਿਨ ਇਹ ਯਾਦਗਾਰ ਇੱਕ ਸਿੰਬਾਲਿਕ ਬਣ ਰਹੀ ਹੈ, ਉੱਥੇ ਕੋਈ ਬਿਲਡਿੰਗ ਨਹੀਂ ਬਣ ਰਹੀ। ਇਹ ਮੇਰੀ ਆਈਡੀਆ ਨੂੰ ਪ੍ਰਵਾਨਗੀ ਦੇ ਚੁੱਕੀ ਹੈ ਦਿੱਲੀ ਗੁਰਦੁਆਰਾ ਕਮੇਟੀ, ਔਰ ਸੰਗਤ ਦੇ ਚੁੱਕੀ ਹੈ। ਸੋ ਮੈਂ ਅੱਜ ਦੇ ਤੁਹਾਡੇ ਇਸ਼ੂ ਤੇ ਕੋਈ ਗੱਲ ਕਰਨਾ ਚਾਹੁੰਦਾ ਕਿ ਸਾਡੇ ਸਿੱਖ ਸਾਡੀ ਇੱਕ ਬੜੀ ਦੁਬਿਧਾ ਹੈ ਕਿ ਜਦੋਂ ਵੀ ਕੋਈ ਕ੍ਰਾਈਸਿਸ ਆਇਆ, ਸਿੱਖ ਹੀ ਨਿਤਰਿਆ ਕੋਈ ਨਾ ਕੋਈ ਜਿਹੜਾ ਕਿ ਕੌਮ ਦੇ ਖਿਲਾਫ ਜਾ ਕੇ, ਉਹ ਯਾਦ ਹੈ ਨਾ ਕੱਲੀ ਤੇ ਪਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਅਸੀਂ ਉਹ ਛੋਟੇ ਵਾਲੋਂ ਪੜ੍ਹਦੇ ਹੁੰਦੇ ਹਾਂ। ਸਰਨਾ ਜੀ ਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਹੀ ਸ਼ੁੱਡ ਐਕਸੈਪਟ ਹਿਸ ਡਿਫੀਟ ਇਨ ਗੁਰਦੁਆਰਾ, ਵੇਟ ਫਾਰ ਨੈਕਸਟ ਟਾਈਮ, ਚੰਗੇ ਕੰਮ ਕਰੋ, ਲੋਕਾਂ 'ਚ ਸਾਬਤ ਕਰੋ। ਇਹੋ ਜਿਹੀ ਦੁਬਿਧਾ ਪਾ ਕੇ ਉਸੀ ਆਪਣੀ ਦੁਸ਼ਮਣੀ ਕੌਮ ਨਾਲ ਨਾ ਲਵੋ। ਕੀ ਤੁਸੀਂ ਕਹਿਣਾ ਇਹਦਾ ਮਤਲਬ ਹੈ ਸਤਲੋਚਨ ਸਿੰਘ ਜੀ, ਜਿਵੇਂ ਤੁਸੀਂ ਪਹਾੜਾ ਸਿੰਘ ਦਾ ਜ਼ਿਕਰ ਕੀਤਾ, ਕੀ ਇਹ ਫਿਰ ਉਦਾਂ ਦੀ ਕਾਰਵਾਈ ਹੋਏਗੀ ਕਿ ਲਖਪਤ ਤੇ ਜਸਪਤ? ਮੈਂ ਕਹਿੰਦਾ ਜਿਹੜਾ ਐਂਟੀ ਸਿੱਖ, ਦੇਖੋ ਲਾਂਬਾ ਜੀ ਤੁਸੀਂ ਬੜੇ ਵਿਦਵਾਨ ਹੋ, ਤੁਹਾਡੇ ਦਾ ਲੇਖ ਮੈਂ ਪੜ੍ਹਦਾ, ਤੁਸੀਂ ਮੈਗਜ਼ੀਨ ਵੀ ਕੱਢਿਆ ਸਿੱਖ ਮਿਸ਼ਨਰੀ। ਮੇਰਾ ਮਤਲਬ ਗੱਲ ਇੱਕ ਸਮਝੀਏ, ਇਸ ਵਕਤ ਇਸ਼ੂ ਕੀ ਹੈ ਬਈ 84 ਨੂੰ 29 ਸਾਲ ਹੋ ਗਏ। ਮੈਂ ਪਾਰਲੀਮੈਂਟ ਜਦੋਂ ਇਹ ਬੋਲਿਆ, ਤੁਹਾਨੂੰ ਯਾਦ ਨਹੀਂ ਕਿ ਸੱਜਣ ਕੁਮਾਰ ਦਾ ਕੇਸ, ਮੈਨੂੰ ਪਤਾ ਹੈ, ਮੈਨੂੰ ਸੁਣੀਏ ਪਾ ਕੇ ਉਹ ਕੇਸ ਰਜਿਸਟਰ ਹੋਇਆ, 26 ਸਾਲ ਕੇਸ ਰਜਿਸਟਰ ਨਹੀਂ ਸੀ ਹੋਇਆ। ਇਹ ਮੈਂ ਹੀ ਪਾਰਲੀਮੈਂਟ 'ਚ ਬੋਲਿਆ, ਉਦੋਂ ਸਾਰੀ ਹਾਊਸ ਨੇ ਖੜਾ ਹੋ ਕੇ ਇਹ ਪਰਮਿਸ਼ਨ ਚਿਦੰਬਰਮ ਨੇ ਹੋਮ ਮਿਨਿਸਟਰ ਨੇ ਦਿੱਤੀ, ਤਾਂ ਉਹ ਕੇਸ ਜਿਹੜਾ ਹੁਣ 3 ਸਾਲ ਤੋਂ ਚੱਲਿਆ, ਜਿਹਦੇ 'ਚੋਂ ਫਿਰ ਸਰਕਾਰ ਨੇ ਉਹਨੂੰ ਬਰੀ ਵੀ ਕਰਾ ਲਿਆ। ਲੇਕਿਨ ਮੈਂ ਬੜਾ ਕਲੀਅਰ ਹਾਂ ਕਿ ਸਿੱਖਾਂ ਦੀ ਜਿਹੜੀ ਸਾਈਕੀ ਹੈ ਉਹ ਹਾਰਟ ਹੈ। ਸਿੱਖ ਚਾਹੁੰਦਾ ਹੈ ਕਿ ਜੋ ਸਾਡੇ ਨਾਲ ਬੀਤਿਆ ਇਹ ਬਿਲਕੁਲ ਹਿਊਮਨ ਰਾਈਟ। ਮੈਂ ਤੁਹਾਡੀ ਗੱਲ ਨੂੰ ਸਾਰੀ ਸਮਝ ਗਿਆ। ਅਖੀਰ ਦੇ ਵਿੱਚ ਮੈਂ ਸਿਰਫ ਇੱਕ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦਾ, ਕੀ ਤੁਸੀਂ ਖੁਦ ਡਾਇਰੈਕਟਲੀ ਸਰਨਾ ਸਾਹਿਬ ਨਾਲ ਇਸ ਬਾਰੇ ਗੱਲ ਕੀਤੀ? ਇੱਕ, ਕਿਉਂਕਿ ਤੁਹਾਡੇ ਮਿੱਤਰ ਹੈ, ਕਲੋਜ਼ ਹੈ। ਨੰਬਰ ਦੂਸਰਾ, ਮੇਰਾ ਦੂਸਰਾ ਨੁਕਤਾ ਇਹ ਹੈ, ਪੋਲਿਟਿਕਸ ਇੱਕ ਪਾਸੇ ਹੋਵੇ, ਸੋਸ਼ਲ ਤਲਾਕਾਤ ਨਹੀਂ ਵਿਗੜਦੇ। ਨਹੀਂ, ਮੈਂ ਦੂਸਰੀ ਗੱਲ ਇਹ ਕਹਿਣਾ ਚਾਹੁੰਦਾ, ਹੁਣ ਜਿਹੜਾ ਸਰਨਾ ਸਾਹਿਬ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਕਿ ਇਹ ਮਰਿਆਦਾ ਦੀ ਉਲੰਘਣਾ ਹੈ, ਇਹਦੀ ਹਾਈ ਕੋਰਟ ਫੈਸਲਾ ਕਰੇ ਸਿੱਖਾਂ ਦੀ ਮਰਿਆਦਾ ਕੀ ਹੋਣੀ ਚਾਹੀਦੀ ਹੈ, ਔਰ ਇਹ ਸ਼ਹੀਦ ਨਹੀਂ ਹੈ। ਸੋ ਕੀ ਜੇ ਉਹਨਾਂ ਦੀ ਗੱਲ ਮੰਨੀ ਜਾਏ ਤਾਂ ਵੀ, ਔਰ ਜੇ ਨਾ ਮੰਨੀ ਜਾਏ, ਦੋਨੋਂ ਪਾਸੇ ਸਰਨਾ ਸਾਹਿਬ ਦਾ ਧਾਰਮਿਕ ਤੌਰ ਤੇ, ਸਮਾਜਿਕ ਤੌਰ ਦੇ ਉੱਤੇ ਸਿੱਖਾਂ ਦੇ ਵਿੱਚ ਕੀ ਫਿਊਚਰ ਹੈ? ਦੇਖੋ ਫਿਊਚਰ ਤੇ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਬ੍ਰਹਮਾ ਜੀ। ਵੀ ਜਿਸ ਗੁਰਦੁਆਰਾ ਇਲੈਕਸ਼ਨ 'ਚ ਉਹ ਲੜੇ, ਜਿੱਥੇ 10 ਸਾਲ ਉਹਨਾਂ ਨੇ ਬੜੀ ਆਪਣੀਆਂ ਡੀਂਗਾਂ ਮਾਰੀਆਂ, ਲੋਕਾਂ ਨੇ ਉਹਨਾਂ ਦੇ ਖਿਲਾਫ ਫਤਵਾ ਦੇ ਚੁੱਕੇ ਹੈ। ਉਹ ਵੀ 2 ਹੀ ਗੱਲਾਂ ਕਰ ਦਿੱਤਾ ਗਿਆ ਕਿ ਲੋਕ ਕਹਿੰਦੇ ਸੀ ਅਕਾਲ ਤਖਤ ਨੂੰ ਮੰਨੋ, ਲੋਕ ਕਹਿੰਦੇ ਸੀ ਸਿੱਖ ਲੀਡਰਸ਼ਿਪ ਦੀ ਜਿਹੜੀ ਤਾਕਤ ਹੈ ਉਹਨੂੰ ਖੇਰੂ ਨਾ ਕਰੋ। ਇਹ ਲਾਸਟ ਓਨਲੀ ਔਨ ਦੋਸ 2 ਪੁਆਇੰਟਸ ਕਿ ਤੁਸੀਂ ਅਕਾਲ ਤਖਤ ਨੂੰ ਚੈਲੰਜ ਕਰਦੇ ਹੋ, ਪਲੱਸ ਸਿੱਖ ਲੀਡਰਸ਼ਿਪ ਨੂੰ ਤੁਸੀਂ ਕੇਂਦਰਿਤ ਨਹੀਂ ਹੋਣ ਦੇਣਾ ਚਾਹੁੰਦੇ। ਵੀ ਸਾਰੇ ਦੁਨੀਆ ਦੇਖੋ, ਹਰਿਆਣਾ 'ਚ ਮੈਂ ਹਰਿਆਣੇ ਦੇ ਐਮਪੀ ਰਿਹਾ, ਹਰਿਆਣੇ ਦੇ ਸਾਰੇ ਜਿਹੜੇ ਮੈਂਬਰ ਗੁਰਦੁਆਰੇ ਚੁਣੇ ਗਏ ਉਹ ਬਾਦਲ ਸਾਹਿਬ ਦੇ ਚੁਣੇ ਗਏ, ਚੌਟਾਲਾ ਦੇ ਨਾਲ ਸੀ। ਲੇਕਿਨ ਕੋਈ ਉਹ ਜਿਹੜੀ ਵੱਖਰੀ ਕਮੇਟੀ ਵਾਲੇ ਦੇ ਖਿਲਾਫ ਲੋਕਾਂ ਨੇ ਫੈਸਲਾ ਕੀਤਾ। ਅੱਛਾ, ਇੱਕ ਹੋਰ ਮੇਰਾ ਬਿਲਕੁਲ ਇੱਕ ਅਖੀਰਲਾ ਸਵਾਲ। ਅੱਜ 12 ਜੂਨ ਹੈ, ਦਿੱਲੀ ਦੇ ਵਿੱਚ 12 ਜੂਨ ਹੋ ਗਈ, ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੈ। 12 ਜੂਨ 1960 ਨੂੰ ਦਿੱਲੀ ਦੇ ਵਿੱਚ ਮੇਰਾ ਖਿਆਲ ਹੈ ਯਾਦ ਕਰਾਉਣ ਦੀ ਲੋੜ ਨਹੀਂ, ਸਿੱਖਾਂ ਨੂੰ ਜਿਸ ਸਿੱਖਾਂ ਤੇ ਹੋਇਆ ਸੀ, ਪੰਡਿਤ ਜਵਾਹਰ ਲਾਲ ਨਹਿਰੂ ਦੇ ਉਸ ਵੇਲੇ ਪ੍ਰਾਈਮ ਮਿਨਿਸਟਰਸ਼ਿਪ ਵਿੱਚ ਬੜੀ ਸਿੱਖਾਂ ਦੇ ਬਹੁਤ ਜ਼ਿਆਦਾ ਉਹਨਾਂ ਨੂੰ ਬੇਦਰਦੀ ਦੇ ਨਾਲ ਕੁੱਟਿਆ ਗਿਆ, ਲਾਲ ਕਿਲੇ ਤੋਂ ਲੈ ਕੇ ਜੀ ਫਤਿਹਪੁਰੀ ਤੱਕ। ਜੀ ਡੈਮੋਨਸਟ੍ਰੇਸ਼ਨ ਕਰ ਰਹੇ ਸੀ, ਉਦੋਂ ਵੀ ਸਿੱਖ ਮੰਗਾਂ ਦੇ ਝਗੜੇ ਕਰਕੇ ਸਿੱਖਾਂ ਤੇ ਜ਼ੁਲਮ। ਜੀ, ਅਗਰ ਸਿੱਖਾਂ ਨੇ 12 ਜੂਨ 1960 ਨੂੰ ਯਾਦ ਰੱਖਿਆ ਹੁੰਦਾ, ਤੁਸੀਂ ਨਹੀਂ ਸਮਝਦੇ ਕਿ ਫਿਰ ਇਹ ਨਾ ਤਾਂ 6 ਜੂਨ 1984 ਆਂਦਾ ਤੇ ਨਾ ਹੀ ਇਹ ਨਵੰਬਰ 84 ਦੀ ਘਟਨਾ ਵਾਪਰੀ? ਸਿੱਖ ਵਿਚਾਰੇ ਸਿੱਖ ਯਾਦ ਜ਼ਰੂਰ ਰੱਖਦੇ ਹਨ, ਪਰ ਜਿੰਨੀ ਸਿੱਖਾਂ ਦੀ ਕੈਪੈਸਿਟੀ ਹੈ ਉਹਨੂੰ ਮੇਜਰ ਕਰਿਆ ਕਰੋ। ਅਸੀਂ ਦਿੱਲੀ ਵਿੱਚ ਸਿੱਖ ਜਿਹੜਾ ਹੈ
ਉਹ ਬੜੀਆਂ ਕੁਰਬਾਨੀਆਂ ਵਿਚਾਰਾ ਦੇ ਗਿਆ ਫਾਰ ਦੀ ਕਾਜ਼ ਆਫ ਸਿੱਖ, ਬਟ ਟੂ ਐਨ ਐਕਸਟੈਂਟ ਆਫਟਰ ਇੱਥੇ ਸਿੱਖ ਬੜੀ ਜਿਹੜੀ ਕਮਿਊਨਿਟੀ ਹੈ ਉਹ ਨਹੀਂ ਰਿਸਪੈਕਟ ਕਰੋ ਜਿੰਨੀ ਬਾਹਰ ਜਗ੍ਹਾ ਹੋ ਸਕਦੀ ਹੈ। ਲੋਕਾਂ ਦੀਆਂ ਆਪਣੀਆਂ ਪ੍ਰੋਬਲਮ, ਪਰ ਦਿੱਲੀ ਸਿੱਖ ਹੈਜ਼ ਸਟੂਡ ਵਿਦ ਦੀ ਕਮਿਊਨਿਟੀ ਹੋਲ ਆਫ ਹਿਸ ਹੈ। ਅੱਜ ਤੱਕ ਦਿੱਲੀ ਦੇ ਸਿੱਖਾਂ ਨੇ ਕੌਮ ਨਾਲ ਗਦਾਰੀ ਨਹੀਂ ਕੀਤੀ। ਦਿੱਲੀ ਦੇ ਸਿੱਖ ਹਮੇਸ਼ਾ ਅੰਮ੍ਰਿਤਸਰ ਦੇ ਨਾਲ ਸਿਰ ਝੁਕਾਉਂਦੇ ਰਹੇ। ਮਾਤਾ ਤਾਰਾ ਸਿੰਘ ਜੀ ਵਕਤ ਹਰ ਜਿਹੜੀ ਕੋਈ ਮੁਹਿੰਮ ਪੰਜਾਬ ਚੱਲੀ ਉਹਦਾ ਮਦਦ ਦਿੱਲੀ ਦੇ ਸਿੱਖ ਕੀਤੀ ਸੀ। ਮਾਸਟਰ ਜੀ ਹਮੇਸ਼ਾ ਦਿੱਲੀ ਦੇ ਸਿੱਖਾਂ ਦੀ ਤਾਰੀਫ ਕਰਦੇ ਸੀ। ਸੋ ਦਿੱਲੀ ਸਿੱਖ ਪਹਿਲਾਂ ਉੱਜੜ ਕੇ ਪਾਕਿਸਤਾਨੋਂ ਆਇਆ, ਉਸ ਤੋਂ ਬਾਅਦ ਦਿੱਲੀ ਵਿੱਚ ਜੋ ਵੀ ਕੁਝ ਵਾਪਰਿਆ ਉਹ ਦਿੱਲੀ ਦਾ ਸਿੱਖ ਕੌਮ ਦੇ ਨਾਲ ਖੜਾ। ਬਿਲਕੁਲ ਇਹ ਵੀ ਸਹੀ ਹੈ, ਔਰ ਇਹ ਵੀ ਸਹੀ ਹੈ ਕਿ ਜੇ ਦਿੱਲੀ ਦੇ ਗੁਰਦੁਆਰੇ ਮੁਗਲਾਂ ਕੋਲੋਂ ਆਜ਼ਾਦ ਕਰਾਏ ਉਹ ਪੰਜਾਬ ਦੇ ਸਿੱਖਾਂ ਨੇ ਆ ਕੇ ਕਰਾਏ। ਇਹ ਪੰਜਾਬ ਔਰ ਦਿੱਲੀ ਦਾ ਤਾਲਮੇਲ ਜਿਹੜਾ ਹੈ, ਮੋਰਚਾ ਲੱਗਿਆ, ਅਕਾਲੀ ਆਏ ਪੰਜਾਬ ਚੋਂ, ਹਜ਼ਾਰਾਂ ਜੇਲ੍ਹ ਗਏ, ਫਿਰ ਜਾ ਕੇ ਐਕਟ ਬਣਿਆ। ਇਸ ਐਕਟ ਵਿੱਚ ਹੀ ਲੋਕਾਂ ਨੂੰ ਰਾਈਟਸ ਮਿਲੇ। ਸੋ ਤੁਸੀਂ ਅਖੀਰ ਵਿੱਚ ਸਰਨਾ ਸਾਹਿਬ ਨੂੰ ਇਸ ਮੀਡੀਅਮ ਰਾਹੀਂ ਕੋਈ ਸੁਨੇਹਾ ਦੇਣਾ ਚਾਹੋਗੇ? ਨਹੀਂ, ਮੇਰੀ ਤਾਂ ਇਹਨਾਂ ਦੀ ਐਡਵਾਈਸ ਹੈ ਸਰਨਾ ਜੀ, ਇਲੈਕਸ਼ਨ ਹਾਰਨਾ ਜਿੱਤਣੇ ਤੋਂ ਬਾਅਦ ਵਨ ਸ਼ੁੱਡ ਕੈਰੀ ਆਨ ਦਾ ਵਰਕ, ਲੇਕਿਨ ਨਾਟ ਕਿ ਉਹਨੂੰ ਇਹ ਸਾਬਤ ਕਰੋ ਕਿ ਸਿੱਖਾਂ ਦੀ ਸਿਧਾਂਤ ਤੇ ਕੋਈ ਚੈਲੰਜ ਹੋਵੇ ਜਾਂ ਸਿੱਖਾਂ ਦੀ ਜਿਹੜੀ ਸਮੂਹਕ ਮੰਗ ਹੈ, ਜਿਹੜੀ ਸਾਡੀ ਜਾਇੰਟ ਮੰਗ ਹੈ, ਉਹਦੇ ਖਿਲਾਫ ਖੜੇ ਹੋਵੋ। ਇਹ ਯਾਦਗਾਰ ਬਣਨ ਲੱਗੀ ਹੈ। ਜਦੋਂ ਫਿਰ ਤੁਸੀਂ ਕਦੇ ਜਿੱਤੋਗੇ ਹਿੰਮਤ ਨਾਲ ਤੇ ਇੱਕ ਹੋਰ ਨਵੀਂ ਬਣਾ ਲਿਓ। ਇਹ ਕੀ ਘੱਟ ਹੈ, ਆਪਾਂ ਕੋਈ ਨਵਾਂ ਮਿਊਜ਼ੀਅਮ ਬਣਾ ਸਕਦੇ ਹਾਂ ਬਾਅਦ। ਤੁਹਾਨੂੰ ਜਗ੍ਹਾ ਸਰਕਾਰ ਦੇਵੇ ਬਣਾਓ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਪਰ ਜੋ ਅੱਜ ਹੋ ਰਿਹਾ ਇਹ ਸਾਰੀ ਕੌਮ ਦੀ ਮੋਹਰ ਲੱਗੀ ਹੈ ਔਰ ਆਲ ਓਵਰ ਦੀ ਵਰਲਡ ਸਿੱਖ ਇਹ ਚਾਹੁੰਦਾ ਕਿ ਯਾਦਗਾਰ ਗੁਰਦੁਆਰਾ ਸਾਹਿਬ ਬਣੇ। ਐਟਲੀਸਟ ਜਿਹੜੇ ਬੇਗੁਨਾਹ ਮਾਰੇ ਗਏ ਉਹਨਾਂ ਨੂੰ ਯਾਦ ਮਿਲੇਗੀ ਕਿ ਤੁਸੀਂ ਬਿਨਾਂ ਮਤਲਬ ਤੋਂ, ਕਿਉਂਕਿ ਸਿਰ ਤੇ ਪਗੜੀ ਸੀ, ਕਤਲੇਆਮ ਹੋਇਆ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ। ਤੁਹਾਡੀ ਚੈਨਲ ਨੇ ਬਹੁਤ ਅੱਛਾ ਕੀਤਾ ਕਿ ਯੂ ਆਰ ਐਜੂਕੇਟਿੰਗ ਪ੍ਰੋਪਰਲੀ ਪੀਪਲ, ਜਿਹਦੀ ਬਹੁਤ ਲੋੜ ਹੈ ਕਿਉਂਕਿ ਤੁਹਾਡੀ ਲਾਈਨ ਆਫ ਕਮਿਊਨੀਕੇਸ਼ਨ ਬਹੁਤ ਘੱਟ ਹੈ। ਅੱਛਾ ਹੋ ਗਿਆ ਤੁਹਾਡੀ ਚੈਨਲ ਬੜੀ ਅੱਛੀ ਇਸ ਗੱਲ ਦੀ ਸੇਵਾ ਕਰ ਰਹੀ ਹੈ। ਵਿਸ਼ ਯੂ ਆਲ ਦਾ ਬੈਸਟ। ਵਾਹਿਗੁਰੂ ਜੀ ਕਾ ਖਾਲਸਾ, ਸੋ ਵਾਹਿਗੁਰੂ ਜੀ ਫਤਿਹ। ਸੋ ਆਸ ਕੀਤੀ ਜਾਏ ਕਿ ਇਹ ਆਪਣੇ ਵਿੱਚੋਂ ਹੀ, ਸਾਡੇ ਵਿੱਚੋਂ ਹੀ ਕੋਈ ਉਸ ਕੁਹਾੜੇ ਦਾ ਦਸਤਾ ਨਾ ਬਣੇ। ਇਹ ਸਾਡੀ ਅਰਦਾਸ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਜੀ ਪਿਆਰੇ ਦਰਸ਼ਕੋ, ਇਹ ਸਨ ਸਰ ਤਰਲੋਚਨ ਸਿੰਘ ਜੀ, ਜਿਹੜੇ ਨੈਸ਼ਨਲ ਮਿਨੋਰਿਟੀਜ਼ ਕਮਿਸ਼ਨ ਦੇ ਚੇਅਰਮੈਨ ਰਹੇ ਔਰ ਜਿਨ੍ਹਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਮੁਕੱਦਮੇ ਵੀ ਔਰ ਉਹਦੇ ਪਾਰਲੀਮੈਂਟ ਦੇ ਵਿੱਚ ਵੀ ਸਾਰੇ ਬਿਆਨ ਦਿੱਤੇ ਔਰ ਜਿਹੜੇ ਕਿ ਇਤਿਹਾਸਕ ਦਸਤਾਵੇਜ਼ ਹਨ। ਅਸੀਂ ਵੀ ਜਿਹੜੇ ਪ੍ਰੋਗਰਾਮ ਕਰ ਰਹੇ ਹਾਂ ਉਹ ਇੱਕ ਕਿਸਮ ਦੇ ਦਸਤਾਵੇਜ਼ੀ ਪ੍ਰੋਗਰਾਮ ਹਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਿਕਾਰਡ ਰਵੇ। ਇਹ ਨਹੀਂ ਕਿ ਜਿਵੇਂ ਆਮ ਅਖਬਾਰ ਛਪਿਆ ਔਰ ਉਹਦੇ ਬਾਅਦ ਉਸ ਨੂੰ ਸੁੱਟ ਦਿੱਤਾ। ਸੋ ਬਹੁਤ ਬਹੁਤ ਧੰਨਵਾਦ। ਤੁਹਾਡੀਆਂ ਕਾਲਸ ਦਾ ਇੰਤਜ਼ਾਰ ਹੈ। ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ, ਜ਼ਰੂਰ ਆਪਣੇ ਵਿਚਾਰ ਦਿਓ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਮੈਂ ਅਨੋਨਿਮਸ ਰਵਾਂਗਾ ਜੀ। ਜੀ ਜੀ। ਤੁਹਾਨੂੰ ਮੈਂ ਇਹ ਕਹਿਣਾ ਚਾਹਨਾ ਕਿ ਸਰਨਾ ਸਾਹਿਬ ਵੀ ਜੋ ਬੋਲ ਗਏ ਨੇ ਜਾਂ ਕਰ ਗਏ ਨੇ, ਯਾਰ ਮੈਨੂੰ ਤੇ ਬੜੀ ਹੈਰਾਨਗੀ ਹੁੰਦੀ ਹੈ ਕਿ ਇੰਨੇ ਵੱਡੇ ਲੀਡਰ ਬਣ ਕੇ, ਪ੍ਰਧਾਨ ਬਣ ਕੇ ਸਿੱਖ ਫਲਸਫੇ ਨੂੰ ਹੀ ਨਹੀਂ ਜਾਣਦੇ ਤੇ ਬੜਾ ਦੁੱਖ ਹੁੰਦਾ ਹੈ। ਤੇ ਉਹ ਘੱਟ ਤੋਂ ਘੱਟ ਜੇ ਚਲੋ ਕੋਈ ਡਿਫਰੈਂਸਿਸ ਹੈਗੇ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਜਾਂ ਕੁਝ ਵੀ ਹੈਗਾ, ਪਰ ਉਸ ਆਫਿਸ ਦੀ ਮਰਿਆਦਾ ਨੂੰ ਉਹਨਾਂ ਨੂੰ ਕਾਇਮ ਰੱਖਣਾ ਚਾਹੀਦਾ ਸੀ। ਅਗਰ ਉਹਨਾਂ ਨੂੰ ਕੋਈ ਸੀਗਾ ਕਿ ਇੱਥੇ ਨਹੀਂ ਬਣਨੀ ਚਾਹੀਦੀ ਕੀ ਕਹਿੰਦੇ ਨੇ ਯਾਦਗਾਰ, ਤੇ ਉਹਨਾਂ ਨੂੰ ਅਕਾਲ ਤਖਤ ਜਾਣਾ ਚਾਹੀਦਾ ਸੀ ਸਭ ਤੋਂ ਪਹਿਲਾਂ, ਤੇ ਉੱਥੋਂ ਐਡਵਾਈਸ ਲੈਣੀ ਚਾਹੀਦੀ ਸੀ ਕਿ ਕੀ ਹੋਣਾ ਚਾਹੀਦਾ। ਪਰ ਜੇ ਉਹਨਾਂ ਨੇ ਆਪ ਪੁਦਰੀ ਕਰਕੇ ਇੱਕ ਥਰਡ ਪਾਰਟੀ ਦੇ ਕੋਲ ਜਾ ਕੇ, ਇੱਕ ਜਿਹੜਾ ਸਿੱਖ ਦੀ ਹਸਤੀ ਹੈ ਉਹ ਆਜ਼ਾਦ ਹੈ, ਉਹ ਕਿਸੇ ਮੁਲਕ ਨਾਲ ਉਹਦਾ ਕੋਈ ਮਤਲਬ ਨਹੀਂ ਹੈਗਾ। ਤੇ ਇਹ ਚੀਜ਼ ਜੇ ਸਿੱਖ ਫਲਸਫੇ ਦੀ ਜਾਂ ਉਹਨਾਂ ਦੀ ਥਿੰਕਿੰਗ ਦੀ ਕਿਸੇ ਗਵਰਨਮੈਂਟ ਦਾ ਕੰਟਰੋਲ ਨਹੀਂ ਹੈ, ਕਿਸੇ ਚੀਜ਼ ਦਾ ਕੰਟਰੋਲ। ਬਿਲਕੁਲ, ਮਰਿਆਦਾ ਦੇ ਮਾਮਲੇ ਦੇ ਵਿੱਚ ਜੀ, ਮਰਿਆਦਾ ਦੇ ਮਾਮਲੇ ਦੇ ਵਿੱਚ ਜੇ ਅਕਾਲ ਤਖਤ ਸਾਡਾ ਇੱਕ ਆਫਿਸ ਹੈ, ਸਾਡਾ ਕਹਿੰਦੇ ਨੇ ਪ੍ਰੈਜ਼ੀਡੈਂਟ ਖਰਾਬ ਹੋਇਆ ਅਮਰੀਕਾ ਦਾ, ਪਰ ਪ੍ਰੈਜ਼ੀਡੈਂਟ ਦੇ ਆਫਿਸ ਦੀ ਬੜੀ ਇੱਜ਼ਤ ਹੁੰਦੀ ਹੈ। ਉਸੇ ਤਰ੍ਹਾਂ ਇਹ ਅਕਾਲ ਤਖਤ ਦੇ ਆਫਿਸ ਦੀ ਬੜੀ, ਹਰ ਸਿੱਖ ਦੇ ਦਿਲ ਵਿੱਚ ਇੱਕ ਮਰਿਆਦਾ ਹੋਣੀ ਚਾਹੀਦੀ ਹੈ, ਇੱਕ ਉਸ ਚੀਜ਼ ਦਾ ਅਦਬ ਹੋਣਾ ਚਾਹੀਦਾ। ਤੇ ਇਹ ਚੀਜ਼ ਅਗਰ ਸਰਨਾ ਸਾਹਿਬ ਨੇ ਭੁੱਲੀਏ ਤੇ ਇਹਨਾਂ ਨੂੰ ਬਿਲਕੁਲ ਪੰਥ ਤੋਂ ਬਾਹਰ ਕਰ ਦੇਣਾ ਚਾਹੀਦਾ। ਬਹੁਤ ਤੁਹਾਡਾ ਧੰਨਵਾਦ ਤੁਹਾਡੇ ਵਿਚਾਰਾਂ ਲਈ। ਔਰ ਸ਼੍ਰੋਮਣੀ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਹਿਲਾਂ ਹੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਦੇ ਉੱਤੇ ਧਾਰਮਿਕ ਮਰਿਆਦਾ ਦੀ ਉਲੰਘਣਾ ਦਾ ਜਿਹੜਾ ਉਹ ਪ੍ਰਕਿਰਿਆ ਸ਼ੁਰੂ ਕੀਤੀ ਜਾਏ। ਤੋ ਸਮਾਂ ਇੱਕ ਛੋਟੇ ਜਿਹੇ ਵਕਫੇ ਦਾ,
ਤੁਸੀਂ ਲਾਈਨ ਦੇ ਉੱਤੇ ਜ਼ਰੂਰ ਬਣੇ ਰਹੋ, ਸਾਨੂੰ ਆਪਣੇ ਵਿਚਾਰ ਦਿਓ। ਬਹੁਤ ਅਹਿਮ ਪ੍ਰੋਗਰਾਮ ਹੈ ਔਰ ਇਹਦੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਵਕਫੇ ਦੇ ਬਾਅਦ ਤੁਹਾਡਾ ਸਵਾਗਤ ਹੈ ਅਤੇ ਤੁਹਾਡੇ ਵਿਚਾਰਾਂ ਦਾ ਵੀ। ਹੈਲੋ, ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ, ਬਰਿੰਦਰ ਆਲੂ ਵਾਲਿਆ ਬੋਲ ਰਹੇ ਜੀ। ਆਲੂ ਵਾਲੇ ਸਾਹਿਬ ਜੀ ਆਇਆਂ ਨੂੰ, ਹੁਕਮ ਜੀ। ਕਰੋ। ਮੈਂ ਤਰਲੋਚਨ ਸਿੰਘ ਹੋਰਾਂ ਨਾਲ ਔਰ ਜਿਹੜੇ ਪਹਿਲੇ ਕਾਲਰ ਸਨ ਜੀ, ਮੈਂ ਉਹਨਾਂ ਨਾਲ ਸਹਿਮਤ ਹਾਂ ਜੀ, ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਜੀ ਕਿ ਇਹ ਸਰਨਾ ਸਾਹਿਬ ਆਪ ਨਹੀਂ ਬੋਲ ਰਹੇ, ਇਹਨਾਂ ਨੂੰ ਸ਼ਹਿ ਕੌਣ ਦੇ ਰਿਹਾ ਹੈ? ਇਹਨਾਂ ਨੂੰ ਸ਼ਹਿ ਜਿਹੜੀ ਹੈ ਕਾਂਗਰਸ ਦੇ ਰਹੀ ਹੈ। ਇਹ ਜਦ ਗੁਰਦੁਆਰਾ ਦੇ ਚੀਫ ਸਨ ਦਿੱਲੀ, ਉਦੋਂ ਵੀ ਉਹਨਾਂ ਦੇ ਸਿਰ ਤੇ ਬੋਲਦੇ ਸਨ ਤੇ ਹੁਣ ਵੀ ਉਹਨਾਂ ਦੇ ਸਿਰ ਤੇ ਹੀ ਕੰਮ ਕਰਦੇ, ਜਦਕਿ ਚਾਹੀਦਾ ਇਹ ਸੀ ਕਿ ਜੋ ਵੀ ਗਿਲੇ ਸ਼ਿਕਵੇ ਮਜ਼ਹਬੀ ਤੌਰ ਤੇ ਹੈਗੇ ਨੇ ਉਹ ਸਾਡੇ ਅਕਾਲ ਤਖਤ ਤੇ ਜਾਣ ਤੇ ਉੱਥੇ ਲੈ ਕੇ ਜਾਣ। ਔਰ under the Constitution 25 and 26 of Constitution of India, ਇਹ ਸਾਡੇ ਜਿਹੜੇ ਰਿਲੀਜੀਅਸ ਮਾਮਲੇ ਨੇ ਉਹਦਾ ਸਿੱਖਾਂ ਦਾ ਹੀ ਹੱਕ ਹੈ, ਉਹੀਓ ਮਸਲੇ ਹੱਲ ਕਰ ਸਕਦੇ ਨੇ। ਇਹ ਕੋਰਟ 'ਚ ਗਏ ਨੇ, ਠੀਕ ਹੈ, ਇਹਨਾਂ ਦੀ ਮਰਜ਼ੀ, ਲੇਕਿਨ ਸਾਡੇ ਲੋਕਾਂ ਨੂੰ ਇਹ ਤੁਸੀਂ ਜਾਗਰਿਤ ਕਰੋ ਕਿ ਕਾਂਗਰਸ ਪੋਲੀਟੀਕਲੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਇਹ ਫਿਰਕਾ ਪਰਸਤ ਪੈਦਾ ਕਰ ਰਹੀ ਹੈ ਔਰ ਉਹਦੇ ਕਰਕੇ ਤਾਂ ਇਹ ਪਹੁੰਚੇ ਨੇ। ਬਿਲਕੁਲ, ਤੁਸੀਂ ਜਿਹੜਾ ਤੁਸੀਂ ਰਾਏ ਦਿੱਤੀ ਹੈ ਬਿਲਕੁਲ ਇਸੇ ਤਰਜ਼ ਦੇ ਉੱਤੇ ਸਰ ਤਰਲੋਚਨ ਸਿੰਘ ਜੀ ਨੇ ਵੀ ਕਿਹਾ ਔਰ ਬਿਲਕੁਲ ਇਹ ਸਹੀ ਹੈ। ਅਸਲ ਵਿੱਚ ਪ੍ਰੋਬਲਮ ਇਹ ਹੈ, ਸਰਨਾ ਸਾਹਿਬ ਨੇ ਇੱਕ ਕਨਵੈਨਸ਼ਨ ਕਰਕੇ ਇੱਕ ਐਲਾਨਨਾਮਾ ਜਾਰੀ ਕੀਤਾ ਸੀ ਕਿ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਹੁਕਮਨਾਮੇ ਜਿਹਦੇ 'ਚ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਸਿੰਘ ਸਾਹਿਬਾਨ ਸ਼ਾਮਲ ਹੋਣਗੇ, ਉਸ ਹੁਕਮਨਾਮੇ ਨੂੰ ਅਸੀਂ ਮੰਨਣ ਦੇ ਪਾਬੰਦ ਨਹੀਂ ਹਾਂ। ਇਸ ਦਾ ਮਤਲਬ ਹੋ ਗਿਆ 95% ਹੁਕਮਨਾਮੇ ਉਹਨਾਂ ਨੇ ਪਹਿਲਾਂ ਹੀ ਰੱਦ ਕਰ ਦਿੱਤੇ ਹੈ, ਜਿਹੜੇ ਕਿ ਬਹੁਤ ਅਹਿਮ ਸੀ। ਸੋ ਖੈਰ, ਉਹਨਾਂ ਦੇ ਆਪਣੇ ਵਿਚਾਰ ਹੈ ਔਰ ਕੋਈ ਕਿਸੇ ਨੂੰ ਕੀ ਨਸੀਹਤ ਦੇ ਸਕਦਾ ਹੈ ਜੇ ਲੈਣਾ ਹੀ ਨਾ ਚਾਹੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਜਿੰਦਰ ਸਿੰਘ ਗੱਲੇ ਤੋਂ ਬੋਲਦਾ ਜੀ। ਜੀ ਭਾਈ ਸਾਹਿਬ ਜੀ। ਹਾਂਜੀ, ਇਹ ਬੇਨਤੀ ਕਰਨੀ ਸੀ ਕਿ ਜਿਸ ਤਰ੍ਹਾਂ ਅੱਜ ਉਹਨਾਂ ਨੇ ਬਹੁਤ ਹੀ ਮੰਦਭਾਗਾ ਜੋ ਵੀ ਉਹਨਾਂ ਨੇ ਇਹ ਫੈਸਲਾ ਲਿਆ ਕੋਰਟ ਦੇ ਵਿੱਚ ਜਾਣ ਦਾ, ਉਸ ਤੋਂ ਥੋੜਾ ਜਿਹਾ ਪਿੱਛੇ ਧਿਆਨ ਦਿਵਾਉਣਾ ਚਾਹੁੰਦਾ ਕਿ ਜਿਸ ਤਰ੍ਹਾਂ ਉਹ ਜਿਹੜੇ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਰਾਣੂ ਕੋਈ ਸੀਗੇ, ਉਹ ਵੀ ਇਸ ਤਰ੍ਹਾਂ ਸਿੱਖ ਲੈ ਕੇ ਗਏ, ਜਿਹੜਾ ਸਿੱਖ ਦੀ ਡੈਫੀਨੇਸ਼ਨ ਸੀਗੀ ਉਹਨੂੰ ਉਹਨਾਂ ਨੇ ਚੈਲੰਜ ਕੀਤਾ ਤੇ ਉਹਨਾਂ ਦਾ ਕੀ ਅਸਰ ਹੋਇਆ ਸਾਰਿਆਂ ਦੇ ਸਾਹਮਣੇ ਹੀ ਆ। ਤੇ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਕਿਸੇ ਵੀ ਘੱਟ ਤੋਂ ਘੱਟ ਸਿੱਖ ਨੂੰ ਜ਼ਰੂਰਤ ਨਹੀਂ ਕਰਨੀ ਚਾਹੀਦੀ ਕਿ ਉਸ ਸਰਬ ਉੱਚਤਾ ਨੂੰ ਚੈਲੰਜ ਚੁਣੌਤੀ ਦਿੱਤੀ ਜਾਵੇ ਤੇ ਉਹਦੀ ਉਸ ਉਹਦੇ ਤੇ ਬਰਕਰਾਰ ਵਿਅਕਤੀ ਦੇ ਨਾਲ ਪਰਸਨਲੀ ਤੌਰ ਤੇ ਵਖਰੇਵੇਂ ਹੋ ਸਕਦੇ ਆ। ਪਰ ਅਕਾਲ ਤਖਤ ਸਾਹਿਬ ਜਿਹੜੇ ਮੀਰੀ ਤੇ ਪੀਰੀ ਦੇ ਮਾਲਕ, ਅੱਜ ਉਹਨਾਂ ਦਾ ਅਸੀਂ ਗੁਰਤਾ ਗੱਦੀ ਦਿਵਸ ਵੀ ਮਨਾ ਰਹੇ ਹਾਂ ਔਰ ਇੰਨਾ ਮੰਦਭਾਗਾ ਕੰਮ ਇੱਕ ਸਿੱਖ ਵੱਲੋਂ ਕਰਨ ਦੇ ਜੋ ਇਹਨਾਂ ਨੇ ਇਹੋ ਵਿਸ਼ਵਾਸ ਕੀਤਾ ਹੈ, ਮੈਂ ਕਿੰਨਾ ਗੁਸਤਾਖੀ ਕੀਤੀ ਹੈ ਇਹਦੇ ਨਾਲ ਬਹੁਤ ਹੀ ਦੁੱਖ। ਜੀ ਬਿਲਕੁਲ, ਤੁਹਾਡੇ ਵਿਚਾਰ, ਤੁਹਾਡੀਆਂ ਭਾਵਨਾਵਾਂ ਬਹੁਤ ਗੰਭੀਰ ਹਨ। 12 ਤਰੀਕ ਅੱਜ ਦਿੱਲੀ ਦੇ ਵਿੱਚ 12 ਤਰੀਕ ਹੋ ਗਈ। ਅੱਜ ਜਦੋਂ ਉੱਥੇ ਸਾਰੀ ਥਾਂ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੋਏਗਾ, ਸਰਨਾ ਸਾਹਿਬ ਅਤੇ ਉਹਨਾਂ ਦੇ ਸਾਥੀ ਹਾਈ ਕੋਰਟ ਦੇ ਵਿੱਚ ਹੋਣਗੇ ਕਿ ਇਹ ਮਰਿਆਦਾ ਦੀ ਉਲੰਘਣਾ ਦਿੱਲੀ ਕਮੇਟੀ ਕਰ ਰਹੀ ਹੈ। ਤੁਸੀਂ ਸਾਨੂੰ ਮਰਿਆਦਾ ਬਾਰੇ ਨਿਰਣਾ ਦੇ ਕੇ ਦੱਸੋ। ਇਹ ਕੌਮ ਦੀ ਬਦਕਿਸਮਤੀ ਕਹੀ ਜਾ ਸਕਦੀ ਹੈ, ਹੋਰ ਕੁਝ ਨਹੀਂ। ਬਹੁਤ ਬਹੁਤ ਧੰਨਵਾਦ। ਹੈਲੋ ਜੀ, ਜੀ ਕੌਣ ਬੋਲ ਰਹੇ ਜੀ? ਮੈਂ ਪਸੀਨ ਬੋਲ ਰਿਹਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਪਸੀਨ ਸਾਹਿਬ ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ, ਦੱਸੋ। ਜੋ ਸਰਨਾ ਸਾਹਿਬ ਨੇ ਕੀਤਾ, ਜਿਸ ਕੁਰਸੀ ਨਿਕਲ ਜਾਏ ਨਾ ਥੱਲੋਂ ਤੇ ਉਸ ਦਾ ਦਿਮਾਗ ਹਿਲ ਜਾਂਦਾ ਜੀ, ਕਿਉਂਕਿ ਉਹ ਨਸ਼ਾ ਖਤਮ ਹੋ ਜਾਂਦਾ। ਉਸ ਤੋਂ ਇਲਾਵਾ ਇਹ ਅੱਜ ਜਿਹੜਾ ਐਲਾਨ ਉਹਨਾਂ ਕੀਤਾ ਜਨਰਲ ਸੈਕਟਰੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਸਰਨਾ ਸਾਹਿਬ ਨੇ,
ਉਹਨਾਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਨੇ ਸਾਨੂੰ ਬਚਾਇਆ ਨਾ ਉਹਨਾਂ ਦੀ ਵੀ ਯਾਦਗਾਰ ਅਸੀਂ ਨਾਲ ਬਣਾਉਣੀ ਹੈ। ਸਾਰਿਆਂ ਦੀ ਬਣਾ ਰਹੇ, ਹਾਂਜੀ, ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਵੀ, ਕਿ ਜਿਨ੍ਹਾਂ ਨੇ ਸਾਨੂੰ ਬਚਾਇਆ, ਜਿਨ੍ਹਾਂ ਹਿੰਦੂਆਂ ਨੇ ਸਾਨੂੰ ਬਚਾਇਆ, ਅਸੀਂ ਉਹਨਾਂ ਦੀ ਵੀ ਯਾਦਗਾਰ ਨਾਲ ਬਣਾਉਣੀ ਹੈ ਕਿ ਦੇਖੋ ਸਾਨੂੰ ਇਹਨਾਂ ਨੇ ਬਚਾਇਆ ਸਾਰੇ। ਜੀ 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 ਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਨਾ ਕੇਵਲ ਬਚਾਉਣ ਵਾਲੇ ਬਲਕਿ PUDR, PUCL ਔਰ ਬਹੁਤ ਸਾਰੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀਗੀਆਂ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਸੀ ਔਰ ਬਹੁਤ ਅੱਛੇ ਢੰਗ ਦੇ ਨਾਲ ਉਹਨਾਂ ਨੇ ਇਹ ਸਾਰੀ ਕਾਰਵਾਈ ਜਿਹੜੀ ਸੀ ਸਰ ਅੰਜਾਮ ਦੀ। ਉਹਨਾਂ ਸਾਰਿਆਂ ਨੂੰ ਜਿਹੜਾ ਉਹਨਾਂ ਦਾ ਧੰਨਵਾਦ ਸਰੂਪ ਇਹ ਯਾਦਗਾਰ ਦਾ ਚੁਣਿਆ ਗਿਆ। ਬਹੁਤ ਬਹੁਤ ਧੰਨਵਾਦ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ? ਲਾਂਬਾ ਜੀ, ਮੈਂ ਨਾ ਚਰਨਜੀਤ ਗੁਮਟਾਲਾ ਬੋਲ ਰਿਹਾ। ਹਾਂਜੀ ਹਾਂਜੀ, ਗੁਮਟਾਲਾ ਸਾਹਿਬ ਜੀ ਆਇਆਂ ਨੂੰ ਜੀ। ਹੁਕਮ ਕਰੋ ਗੁਮਟਾਲਾ ਸਾਹਿਬ। ਬੇਨਤੀ, ਇੱਕ ਤੇ ਨਾ ਮੈਂ ਤਾਂ ਪ੍ਰੋਗਰਾਮ ਰੋਜ਼ ਦੇਖਦਾ ਤੇ ਬਾਈਆਂ ਦੀ ਕਾਲ ਲੱਗਦੀ ਨਹੀਂ। ਚਲੋ ਅੱਜ ਲੱਗ ਗਈ। ਤੇ ਇੱਕ ਨਾ ਮੈਂ ਵਧਾਈ ਦੇਣੀ ਇਹਨਾਂ ਨੂੰ ਜੀ, ਪ੍ਰਬੰਧਕਾਂ ਨੂੰ ਵੀ ਇਹਨਾਂ ਤੁਹਾਨੂੰ ਤੁਹਾਡੇ ਜਗ੍ਹਾ ਸੂਝਾਨ ਬੰਦਾ ਨਾ ਲਿਆਂਦਾ ਇੱਥੇ ਹੈ। ਤੇ ਦੂਜੀ ਗੱਲ ਮੈਂ ਨਾ ਇੱਕ ਇਹ ਕਹਿਣੀ ਚਾਹੁੰਦਾ ਵਾਂ ਵੀ ਸਿੱਖ ਕੌਮ ਦੀ ਤਰਾਸਦੀ ਹੈ ਯਾਰ ਕਿ ਅਸੀਂ ਵਿਜ਼ਨਰੀ ਨਹੀਂ ਹੈਗੇ। ਇਹ ਕਿਹਾ ਜਾਵੇ ਜਿਵੇਂ ਹਿੰਦੂ ਆ ਨਾ, ਉਹਦੇ ਪਹਿਲਾਂ ਕੰਮ ਕਰਨ ਤੋਂ ਪਹਿਲਾਂ ਬੜਾ ਸੋਚਦੇ ਆ, ਅਸੀਂ ਨਾ ਕੰਮ ਕਰੀਏ ਸੋਚਦੇ ਆ। ਇਹ ਦੇਖੋ ਜਿੰਨੇ ਲੀਡਰ ਨੇ ਨਾ, ਚਾਹੇ ਐਸੀ ਪ੍ਰਧਾਨ ਲੈ ਲਓ, MLA ਲੈ ਲਓ, ਮੰਤਰੀ ਲੈ ਲਓ, ਇਹ ਸਾਰੀ ਦੁਨੀਆ ਘੁੰਮਣ ਜਾਂਦੇ ਆ, ਵੇਖਦੇ ਆ ਵੀ ਕਿਹੋ ਜਿਹੇ ਮਿਊਜ਼ੀਅਮ ਬਣੇ ਨੇ ਦੁਨੀਆ ਦੇ ਵਿੱਚ ਨਾ। ਤੇ ਉਹਨੇ ਸਾਰੇ ਡੇਟਾ ਨਾਲ ਚ ਬਣਿਆ ਮਿਊਜ਼ੀਅਮ, ਤੇ ਉਹਦੇ ਵਿੱਚ ਜੁੱਤੀਆਂ ਦਾ ਰੱਖਿਆ ਉਹਨਾਂ ਨੇ। ਹਾਲਾਂ 에ਅਰ ਫੋਰਸ ਮਿਊਜ਼ੀਅਮ ਹੈਗਾ ਜੀ ਉਹ, ਤੇ ਲੇਕਿਨ ਉਹਨਾਂ ਨੇ ਇੱਕ ਸੈਕਸ਼ਨ ਬਣਾਇਆ ਉੱਥੇ। ਇਹਨੂੰ ਮੇਰੀ ਬੇਨਤੀ ਇਹਦੇ ਬਾਰੇ ਵੀ ਇਹਨਾਂ ਨੂੰ ਚਾਹੀਦਾ ਵਾ, ਤੁਸੀਂ ਵੀ ਤੁਹਾਡਾ ਜੇ ਸਤਲੋਚਨ ਸਿੰਘ ਜਿਹੜੀ ਦਿੱਲੀ ਬੈਠੇ ਹੋਰ ਬੰਦੇ ਨੂੰ ਚਾਹੀਦਾ ਵੀ ਇਹਨੂੰ ਬੜਾ ਹਾਲੀ ਨੀਂਹ ਪੱਥਰ ਪਾ ਰੱਖ ਲੈਣਾ ਅੱਜ ਉਹ, ਲੇਕਿਨ ਇਹਨੂੰ ਕੰਸੈਂਸਸ ਬਣਾਉਣ, ਸਹਿਮਤੀ ਬਣਾਉਣ, ਸਾਰੀ ਦੁਨੀਆ ਤੋਂ ਸੁਝਾਅ ਮੰਗਣ ਕਿ ਮਿਊਜ਼ੀਅਮ ਕਿਹੋ ਜਿਹਾ ਬਣਨਾ ਚਾਹੀਦਾ, ਕੁਝ ਕੀ ਹੋਣਾ ਚਾਹੀਦਾ, ਕਿ ਇਹ ਸਾਰਾ ਕੁਝ ਨਾ ਬਕਾਇਦਾ ਲੋਕਾਂ ਦੇ ਵਿਊ ਲਿਖ ਕੇ ਬਣਾਉਣ, ਫੇਰ ਤੇ ਗੱਲ ਬਣ ਸਕਦੀ ਹੈ। ਬਿਲਕੁਲ ਗੁਮਟਾਲਾ ਸਾਹਿਬ, ਉਹਨਾਂ ਨੇ ਨਾ ਦਿੱਲੀ ਗੁਰਦੁਆਰਾ ਕਮੇਟੀ ਨੇ ਇੱਕ ਐਲਾਨ ਕੀਤਾ ਹੈ ਕਿ ਤੁਸੀਂ ਸਾਨੂੰ ਆਪਣੀ ਰਾਏ ਦਿਓ ਔਰ ਜਿਹਦਾ ਡਿਜ਼ਾਈਨ ਪਸੰਦ ਆਏਗਾ ਜਾਂ ਚੁਣਿਆ ਜਾਏਗਾ ਉਹਨੂੰ 11 ਲੱਖ ਰੁਪਏ ਦਾ ਇਨਾਮ ਵੀ ਉਹਨਾਂ ਨੇ ਅਨਾਉਂਸ ਕੀਤਾ। ਸੋ ਉਹ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਚੱਲ ਰਹੇ, ਪਰ ਗੁਰੂ ਕਿਰਪਾ ਕਰੇ ਕੋਈ ਐਸਾ ਭਾਣਾ ਨਾ ਵਰਤੇ। ਅੱਜ ਬਹੁਤ ਅਹਿਮ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਔਰ ਨਾਲ ਹੀ 12 ਜੂਨ 1960 ਦੀ ਯਾਦ। ਪਰ ਇਧਰ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਮੁਕੱਦਮਾ ਕਿ ਕੀ ਦਿੱਲੀ ਦੇ ਵਿੱਚ ਮਰੇ ਉਹਨਾਂ ਨੂੰ ਸ਼ਹੀਦ ਕਿਹਾ ਜਾਏ ਜਾਂ ਸਿਰਫ ਮ੍ਰਿਤਕ ਕਰਾਰ ਦਿੱਤਾ ਜਾਏ, ਔਰ ਨਾਲ ਹੀ ਕਿ ਹਰਮੰਦਰ ਦੇ ਵਿੱਚ ਜਿਹੜੇ ਕੰਮ ਕੀਤਾ ਜਾ ਰਿਹਾ ਉਹ ਸਿੱਖ ਧਰਮ ਦੀ ਮਰਿਆਦਾ ਦੀ ਉਲੰਘਣਾ ਹੈ। ਸੋ ਤੁਸੀਂ ਸਾਰੇ ਜ਼ਰੂਰ ਪ੍ਰੋਗਰਾਮ ਵਿੱਚ ਜੁੜੇ ਰਹੋ। ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਵਕਫੇ ਦੇ ਬਾਅਦ ਤੁਹਾਡਾ ਸਵਾਗਤ ਹੈ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਲਾਂਬਾ ਸਾਹਿਬ, ਮੈਂ ਬਚਿੱਤਰ ਸਿੰਘ ਬੋਲਦਾ ਜੀ। ਜੀ ਬਚਿੱਤਰ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਹੁਕਮ ਕਰੋ। ਹੁਕਮ ਨਹੀਂ, ਬੇਨਤੀ ਹੈ ਜੀ। ਜੀ ਲਾਂਬਾ ਸਾਹਿਬ ਜੀ। ਹਾਂਜੀ ਲਾਂਬਾ ਸਾਹਿਬ, ਮੈਂ ਸੁਣ ਰਿਹਾ ਜੀ। ਸਾਰੇ ਦਰਸ਼ਕ ਤੁਹਾਡਾ ਉਡੀਕ ਰਹੇ ਸੁਨੇਹਾ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤੇ ਮੈਂ ਖਬਰਾਂ ਸੁਣ ਰਿਹਾ ਸੀਗਾ ਜੀ, ਭਈ ਬੜੀ ਮੰਦਭਾਗੀ ਖਬਰ ਸੀਗੀ ਜੀ ਕਿ ਸਰਨਾ ਸਾਹਿਬ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕਰਨ ਵਾਸਤੇ ਗਏ ਆ, ਤੇ ਰਿਟ ਦਾਇਰ ਵੀ ਨਹੀਂ ਕਰੇ ਦਿੱਤੀ ਆ, ਤਕਰੀਬਨ ਕਰ ਦਿੱਤੀ ਜੀ। ਉਹਦੀ ਡੇਟ ਹੈ ਸਵੇਰੇ, ਅੱਜ ਸਵੇਰੇ ਉੱਥੇ ਡੇਟ ਹੈ 10:30 ਵਜੇ। ਹਾਂਜੀ, ਬਈ ਇਹ ਬਹੁਤ ਮੰਦਭਾਗੀ ਖਬਰ ਹੈ ਜੀ। ਔਰ ਸਰਨਾ ਸਾਹਿਬ ਨੂੰ ਇੱਕ ਸਿੱਖ ਹੋਣ ਦੇ ਨਾਤੇ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਕਿ ਦੇਖੋ ਕਿੰਨੀ ਦੇਰ ਤੋਂ ਇਹ ਸਾਡਾ ਮਸਲਾ ਲਟਕਿਆ ਆਇਆ, ਚੱਲਿਆ ਆ ਰਿਹਾ ਅਜੇ ਤੱਕ। ਜੀ ਜੀ ਜੀ। ਜੇ ਹੁਣ ਕੋਈ ਦਿਨ ਆਇਆ ਹੀ ਆ, ਹਾਂਜੀ, ਇਸ ਦਿਨ ਨੂੰ ਉਹ ਵੀ ਆਪ ਵੀ ਉਡੀਕਦਾ ਹੋਊਗਾ ਸਰਨਾ ਸਾਹਿਬ। ਪਰ ਉਹ ਆਪ ਹੀ ਇਹਦੇ ਵਿੱਚ ਜਿਹੜੀ ਲੱਤ ਅੜਾਉਣ ਦੀ ਉਹਨੇ ਕੋਸ਼ਿਸ਼ ਕੀਤੀ ਆ। ਮੈਂ ਇਹਨੂੰ
ਪਤਾ ਨਹੀਂ ਮੇਰੀ ਸੋਚ ਛੋਟੀ ਆ ਜਾਂ ਕਿੱਦਾਂ ਹੈ, ਮੈਂ ਇਹਨੂੰ ਚੰਗਾ ਨਹੀਂ ਸਮਝਦਾ ਹੈਗਾ। ਜੀ ਜੀ ਜੀ। ਤੇ ਸਰਨਾ ਸਾਹਿਬ ਨੂੰ ਮੈਂ ਇਹੀ ਕਹਿਣਾ ਆ ਵੀ ਇਹ ਕੋਈ ਗੱਲ ਨਹੀਂ ਹੈਗੀ, ਪਾਰਟੀਆਂ ਹਾਰਦੀਆਂ ਪਾਰਟੀਆਂ ਜਿੱਤਦੀਆਂ, ਤੁਸੀਂ ਜੇ ਹਾਰ ਗਏ ਹੋ ਤਾਂ ਅਗਲੇ ਲਈ ਤਿਆਰੀ ਕਰੋ। ਜਿਹੜਾ ਸਾਡਾ ਸਾਰੀ ਸਿੱਖ ਕੌਮ ਦਾ ਸਾਂਝਾ ਮਸਲਾ ਆ ਇਹਦੇ ਵਿੱਚ ਇੰਟਰਫੇਅਰ ਨਾ ਕਰੋ। ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਲਈ, ਬਹੁਤ ਸ਼ੁਕਰੀਆ। ਸੋ ਇਹ ਜਿਹੜੇ ਵਿਚਾਰ ਤੁਹਾਡੇ ਹੈਗੇ ਆ ਬਹੁਤ ਹੀ ਅਹਿਮ ਹੈ। ਹੈਲੋ ਹੈਲੋ ਜੀ, ਤੁਸੀਂ ਲਾਈਨ ਤੇ ਹੋ? ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਸੁਣੋਗੇ ਤੇ ਤੁਹਾਨੂੰ ਸੁਣਾਈ ਦੇਗਾ, ਟੈਲੀਫੋਨ ਤੋਂ ਸੁਣੋ। ਹੈਲੋ ਹੈਲੋ ਹਾਂਜੀ, ਲੱਗ ਰਿਹਾ ਜੀ ਖਾਲਸਾ ਜੀ ਫਤਿਹ ਜੀ। ਤੁਸੀਂ ਨਾ ਟੀਵੀ ਦੀ ਆਵਾਜ਼ ਬੰਦ ਕਰਕੇ ਕਰਿਆ ਕਰੋ, ਟਾਈਮ ਲੰਘ ਜਾਂਦਾ ਹੈ ਤੇ ਸਾਨੂੰ ਲੱਗਦਾ ਹੈ ਕੋਈ ਹੈ ਨਹੀਂਗਾ। ਜੀ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹੈਲੋ, ਹਾਂਜੀ ਸਤਨਾਮ ਸਿੰਘ ਬੋਲਦਾ ਜੀ, ਨਿਊ ਜਰਸੀ ਤੋਂ। ਜੀ ਭਾਈ ਸਾਹਿਬ ਹੁਕਮ ਕਰੋ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਕਹਿਣ ਨੂੰ ਤੇ ਬਹੁਤ ਕੁਝ ਸੁਣਿਆ ਵੀ ਆ ਤੇ ਆਪਣਾ ਕਾਲਰਾਂ ਨੇ ਕਿਹਾ ਵੀ ਆ ਜੀ, ਪਰ ਇਹ ਸਰਨੇ ਨੂੰ ਸਰਨਾ ਸਾਹਿਬ ਜਾਂ ਇੱਕ ਸਿੱਖ ਕਹਿਣਾ ਤੇ ਇੱਕ ਸਿੱਖੀ ਦੀ ਬਹੁਤ ਵੱਡੀ ਤੋਹੀਨ ਆ ਜੋ ਇਹਨੇ ਹਰਕਤ ਕੀਤੀ ਆ ਜੀ। ਤੇ ਪਹਿਲਾਂ ਹੀ ਉਹਨਾਂ ਦੀਆਂ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਰਹੀਆਂ ਆ, ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਉਹਨਾਂ ਨੇ ਜੋ ਆਪਣਾ ਕੈਲੰਡਰ ਦੇ ਖਿਲਾਫ ਚੱਲਣਾ ਜੀ, ਜਾਂ ਦਸਮਗ੍ਰਾਂ ਦੀ ਬਾਣੀ ਦਾ ਕੀਰਤਨ ਕਰ ਰਹੇ ਸੀ ਭਾਈ ਬਲਬੀਰ ਸਿੰਘ ਹੋਣੀ, ਉਹਨਾਂ ਨੂੰ ਰੋਕ ਦੇਣਾ। ਜੀ ਜੀ ਜੀ। ਜਿਹੜੇ ਸ਼੍ਰੋਮਣੀ ਰਾਗੀ ਹਰਮੰਦਰ ਸਾਹਿਬ ਦੇ ਜਿਹੜੇ ਰਾਗੀ ਰਹੇ ਆ, ਮੁੱਖ ਰਾਗੀ ਜੀ ਜੀ। ਤੋ ਇਸ ਤਰ੍ਹਾਂ ਹੈ ਜੀ, ਉਹਨੇ ਆਪਣੀ ਕਰਤੂਤ ਜੋ ਹੈ ਉਹ ਚੰਗੀ ਤਰ੍ਹਾਂ ਜ਼ਾਹਰ ਕਰ ਦਿੱਤੀ ਹੈ ਕਿ ਮੈਂ ਇਸ ਔਕਾਤ ਦਾ ਮਾਲਕ ਆ ਜੀ। ਤੇ ਇਸ ਕਰਕੇ ਇਹਦਾ ਮੈਟਰ ਇੱਥੇ ਹੀ ਕਲੋਜ਼ ਹੋਣਾ ਚਾਹੀਦਾ ਤੇ ਇਹਦੀ ਮੰਗ ਅਕਾਲ ਤਖ਼ਤ ਸਾਹਿਬ ਤੇ ਕਰਨੀ ਚਾਹੀਦੀ ਹੈ ਕਿ ਇਹਨੂੰ ਸਿੱਖੀ ਉਹ ਭਾਈ ਸਾਹਿਬ ਜਿਹੜੀਆਂ ਵੱਖ-ਵੱਖ ਧਿਰਾਂ ਨੇ ਆਲਰੇਡੀ ਅਕਾਲ ਤਖ਼ਤ ਸਾਹਿਬ ਦੇ ਕੋਲ ਇਹ ਸ਼ਿਕਾਇਤ ਕੀਤੀ ਹੈ, ਪਰ ਉਹਨਾਂ ਨੂੰ ਸਿੱਖ ਕਹਿਣਾ ਜਾਂ ਨਹੀਂ ਕਹਿਣਾ ਉਹ ਕਿਸੇ ਦੇ ਅਧਿਕਾਰ ਵਿੱਚ ਨਹੀਂ ਹੈ। ਉਹਦਾ ਰਿਸ਼ਤਾ ਗੁਰੂ ਦੇ ਨਾਲ ਹੈ। ਪਰ ਅਗਰ ਕੋਈ ਸਿੱਖ ਹੁੰਦਿਆਂ ਅਗਰ ਕੋਈ ਕਾਰਵਾਈ ਐਸੀ ਕਰਦਾ ਹੈ, ਉਹਦੇ ਤੇ ਫੈਸਲਾ ਲੈਣ ਦਾ ਹੱਕ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਪੰਥ ਨੂੰ, ਗੁਰੂ ਪੰਥ ਨੂੰ ਹੈ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਸਰ ਮੈਂ ਰਾਜਕੁਮਾਰ ਬੋਲ ਰਿਹਾ ਜੀ। ਰਾਜਕੁਮਾਰ ਜੀ ਹੁਕਮ ਕਰੋ। ਬਸ ਜੀ ਤੁਹਾਡੀ ਸ਼ਖਸੀਅਤ ਵੇਖ ਕੇ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਿੱਥੇ ਤੁਸੀਂ ਵਿਰਾਜਮਾਨ ਹੋ ਇੱਥੇ ਤੁਹਾਨੂੰ ਵਿਰਾਜਮਾਨ ਹੋਣਾ ਹੀ ਚਾਹੀਦਾ ਸੀ। ਤੇ ਤੁਸੀਂ ਅੱਜ ਦਾ ਮੁੱਦਾ ਵੀ ਜਿਹੜਾ ਲਿਆਏ ਹੋ, ਅੱਜ ਦਾ ਜਿਹੜਾ ਵੀ ਪ੍ਰੋਗਰਾਮ ਤੁਸੀਂ ਲਿਆਏ ਹੋ ਜੀ, ਦੇਖੋ ਜੀ ਸਰਨਾ ਸਾਹਿਬ ਜਾਂ ਕੋਈ ਵੀ ਗੁਰਸਿੱਖੀ ਦੇ ਵਿੱਚ ਚੱਲ ਕੇ ਇਹ ਕੰਮ ਕਰ ਰਿਹਾ ਜਾਂ ਨਹੀਂ ਚੱਲ ਕਰਕੇ ਕਰ ਰਿਹਾ, ਤੇ ਮੈਂ ਕਹਿੰਦਾ ਕਿ ਜਿਵੇਂ ਬਾਦਲ ਸਾਹਿਬ ਨੇ ਜਾ ਕੇ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਹੈ, ਮੇਰੇ ਭਾਈ ਸਾਹਿਬ ਨੇ ਹੁਣੇ ਹੀ ਕੰਮ ਕੀਤਾ ਕਿ ਉਹ ਸਿੱਖੀ ਦੇ ਲਾਇਕ ਹੀ ਨਹੀਂ ਹੈਗੇ ਜੀ ਜੀ। ਸਾਨੂੰ ਇਹ ਕੋਈ ਵੀ ਬਿਲਕੁਲ ਸਾਨੂੰ ਇਸ ਤਰ੍ਹਾਂ ਦਾ ਕੋਈ ਨਿਰਣਾ ਕਰਨ ਦਾ ਹੱਕ ਨਹੀਂ ਹੈ ਜੀ। ਬਿਲਕੁਲ ਬਹੁਤ ਬਿਲਕੁਲ ਇਹ ਤੁਹਾਡੀ ਗੱਲ ਨਾਲ ਪੂਰੀ ਸਹਿਮਤ ਹਾਂ ਮੈਂ। ਮੇਰਾ ਚਿੱਤ ਕਰਦਾ ਹੈ ਪਿਤਾ ਜੀ ਨੇ ਇੱਕ ਤਕਰੀਬਨ 50ਵਿਆਂ ਵਿੱਚ ਅੱਜ ਤੋਂ 50 ਸਾਲ ਪਹਿਲੇ ਤਕਰੀਬਨ ਇਸ ਤਰ੍ਹਾਂ ਦੀ ਹੀ ਕੋਈ ਘਟਨਾ ਵਾਪਰੀ ਜਿਹਦੇ 'ਚ ਪੰਥਕ ਗਦਾਰਾਂ ਦੀ ਕਿਸੇ ਹਰਕਤ ਕਰਕੇ ਪਿਤਾ ਜੀ ਹਾਲਾਂ ਫੌਜ ਵਿੱਚ ਸਨ, ਪਰ ਉਹਨਾਂ ਦੇ ਕੋਲੋਂ ਰਿਹਾ ਨਾ ਗਿਆ। ਉਹਨਾਂ ਨੇ ਇੱਕ ਕਵਿਤਾ ਜਿਹੜੀ ਸੀ ਉਹ ਗੁਰਦੁਆਰਾ ਸਾਹਿਬ ਵਿੱਚ ਪੜ੍ਹੀ ਔਰ ਉਹ ਸ਼ਾਇਦ ਬਹੁਤ ਕੁਝ ਕਹਿ ਜਾਂਦੀ ਹੈ, ਸਾਡੇ ਲਈ ਸੁਨੇਹਾ ਹੈ, ਘੱਟੋ ਘੱਟ ਮੈਂ ਸਮਝਦਾ ਮੇਰੇ ਲਈ ਉਹ ਇੱਕ ਬਹੁਤ ਵੱਡਾ ਪੈਗਾਮ ਹੈ। ਉਹਨਾਂ ਨੇ ਪੰਥਕ ਗਦਾਰ ਨੂੰ ਮੁਖਾਤਬ ਕਰਕੇ ਕੁਝ ਲਾਈਨਾਂ ਗੁਰਦੁਆਰਾ ਸਾਹਿਬ ਵਿੱਚ ਪੜ੍ਹੀਆਂ ਸੀ, ਜਿਹਦੇ ਕਰਕੇ ਉਹਨਾਂ ਦੇ ਉੱਤੇ ਫੌਜੀ ਕਾਰਵਾਈ ਵੀ ਆਰੰਭ ਹੋਈ ਸੀ। ਉਹਨਾਂ ਨੇ ਲਿਖਿਆ ਸੀ, ਸਿੱਖੀ ਦੇ ਜਾਮੇ ਵਿੱਚ ਭੇਖੀ ਸਿੱਖਾ ਹੋਏ ਤੈਨੂੰ ਹੋਸ਼ ਕਦੋਂ ਤੱਕ ਆਵੇਗੀ, ਕੀ ਉਦੋਂ ਜਦ ਮੌਤ ਨਗਾਰਾ ਵੱਜੇਗਾ, ਜਮਦੂਤ ਤੇਰੇ ਵੱਲ ਭੱਜੇਗਾ, ਤੇਰੇ ਗਲ ਵਿੱਚ ਘੁੰਗਰੂ ਵੱਜੇਗਾ, ਰੂਹ ਆਕਾਸ਼ਾਂ ਵੱਲ ਨੂੰ ਭੱਜੇਗੀ, ਤੇਰੇ ਭੈਣ ਭਾਈ ਸਭ ਰੋਵਣਗੇ, ਤੂੰ ਬਿਟ ਬਿਟ ਸਭ ਵੱਲ ਤੱਕੇਗਾ, ਸਭ ਮਨ ਦੀਆਂ ਮਨ ਵਿੱਚ ਰਹਿ ਜਾਸਣ, ਕੁਝ ਬੋਲ ਨਾ ਮੂੰਹ ਤੋਂ ਸਕੇਗਾ, ਜਦ ਹੋਸ਼ ਠਿਕਾਣੇ ਆਵਣਗੇ ਤੇ ਗਿੜਗਿੜ ਤਰਲੇ ਪਾਵੇਂਗਾ, ਜੋ ਪੰਥ ਤਰੋਈ ਕੀਤੀ ਆ ਉਹਦੇ ਤੇ ਪਛਤਾਵੇਂਗਾ, ਫਿਰ ਪ੍ਰੀਤਮ ਬਾਜੋ ਕਿਹੜਾ ਏ ਜੋ ਟੁੱਟੀਆਂ ਗੰਢਾਂ ਜੋੜ ਦਵੇ, ਡੁੱਬਦੇ ਨੂੰ ਪਾਰ ਲੰਘਾ ਦੇਵੇ, ਸਾ ਜਾਂਦੇ ਤਾਈ ਮੋੜ ਲਵੇ, ਤੂੰ ਗਹਿਰੀ ਨੀਂਦੇ ਸੌਂ ਗਿਆ, ਕੁਝ ਹੋਸ਼ ਨਹੀਂ ਹੈ ਅੱਗੇ ਦਾ,
किस मस्ती विच मदहोश पे है, कुछ फिक्र नहीं है अगे दा। तेरे नाल दे साथी लंघ गए, वो कई मंजिलां पार गए, कि होश उदों ही आवेगी जद पानी सिर तो लंघ गया। तू जिस ते एडा माण करे, वो कई वारी अजमाए ने, कई वारी ठोक वजा वेखे, ते सदा ही उल्टे पाए ने जद मतलब पूरा हो गया। तेरे भेखी मित्र नसणगे, तेरी नादानी ते हसणगे, फिर तड़फेगा कुरलावेगा जद समा सुहाना बीत गया। फिर पछताया की होना जद चिड़ियां ने चुग खेत लिया। उठ सूरज काफी चढ़ गया ते रात झातियां पावेगी, मत्थे ते हथ रख रोवेगा, तेन होश कदों तक आवेगी। जद रूप तेरा बनाया सी, जय जयकार हुई आकाशां ते, तेरी नींह रखी सी प्रीतम ने मासूमां दियां लाशां ते। जंगलां विच रुलदा फिरदा सी, कंडियां ते ओ सौंदा सी, बलिदान पिता दा दित्ता सी तेरी करन पूरियां खाशां ते। पर अफसोस के बेकदरा कदर ना पाई तू भाई मती दास दे आरे दी। ऐशां विच रंगरलियां माणे तू रूह की आखेगी उस गुरु दुलारे दी। किधर गई ओ अणख तेरी जद दूजे ताईं ढालां बनदा सैं, मजलूमां ते दुखियां खातर अगे हो मरदा सैं। अज अपनी तैनू होश नहीं, दूजे दा की बनावेगा, तेरी अपनी इज्जत लुट गई, दूजे दी की बचावेगा। जे जग विच जिउणा चाहुना ਸਿੰਘਾ, जे अणखीला जीवन चाहुना ਸਿੰਘਾ, छड़ गिदड़ा वाला जीवन तू प्रीतम दी फुलवाड़ी दे सुत्ते पाग जगा ਸਿੰਘਾ। सो ये पिता जी सा कुलदीप सिंह, भाई कुलदीप सिंह जी ने ये 17 पढ़ियां सी। मैं आप तक इन्हां नूं साझीआं कीतियां। ओ वलवला ओ भावना। हेलो, सत श्री अकाल भाजी। सत श्री अकाल, कौन बोल रहे जी? मैं जसविंदर सिंह बोल रहा न्यूयॉर्क ਨੂੰ। जी भाई साहब जी, हुक्म करो। ਹੁਕਮ ਤੇ ਕੋਈ ਨਹੀਂ ਹੈਗਾ, ਅਸੀਂ ਤੇ ਇਹ ਕਹਿਣਾ ਚਾਹੁੰਦੇ ਆ जी ਵੀ ਜੇ ਸਿੱਖ ਕੌਮ ਦੇ ਵਿੱਚ ਇਹ ਕਾ ਹੁੰਦਾ ਤੇ ਅੱਜ ਇਹ ਗੱਲਾਂ ਕਿੱਥੋਂ ਹੁੰਦੀਆਂ? जी 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 ਕਿਉਂਕਿ ਸਿੱਖ ਕੌਮ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਧੋਖਾ ਦੇ ਸਕਦੀ ਏ ਤੇ ਅੱਜ ਕੱਲ ਤੇ ਕਲਯੁਗ ਦਾ ਸਮਾਂ ਹੈ ਤੇ ਇਹ ਕਿਉਂ ਨਹੀਂ ਕਰ ਸਕਦੇ ਉਲਟ? जी जी बहुत बहुत ਤੁਹਾਡੇ ਵਿਚਾਰ ਜਿਹੜੇ ਆ ਬਹੁਤ ਅਹਿਮ ਹੈ ਔਰ ਇੱਕ ਸੁਨੇਹਾ ਹੈ ਸਾਨੂੰ ਕਿ ਅਸੀਂ ਕੀ ਕਰਨਾ ਚਾਹੀਦਾ। ਹੈਲੋ ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਹੈਲੋ ਜੀ, ਤੁਹਾਡੇ ਟੀਵੀ ਦੀ ਆਵਾਜ਼ ਦੇ ਕਰਕੇ ਅਸੀਂ ਨਹੀਂ ਸੁਣ ਪਾ ਰਹੇ। ਹੈਲੋ ਸੋ ਇਹ ਬੜਾ ਵੱਡਾ ਇੱਕ ਮਸਲਾ ਹੈ। ਸੋ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ। ਇਸ ਅਹਿਮ ਮਸਲੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਈਮੇਲ ਕਰੋ lamba@getpunjabi.tv ਦੇ ਉੱਤੇ, ਤਾਂ ਕਿ ਇਹ ਤੁਹਾਡਾ ਸੁਨੇਹਾ, ਤੁਹਾਡੇ ਵਿਚਾਰ ਉੱਥੇ ਤੱਕ ਪਹੁੰਚਣ ਜਿੱਥੇ ਪਹੁੰਚਣੇ ਚਾਹੀਦੇ ਹੈ। ਬਹੁਤ ਬਹੁਤ ਧੰਨਵਾਦ। ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।